ਕੰਮ ਕੋਈ ਕਰਦਾ ਹੁੰਦਾ, ਲੇਕਿਨ ਉਹ ਕੰਨ ਜਿਹੜਾ ਵੱਢ ਕੇ ਕੋਈ ਹੋਰ ਲੈ ਜਾਂਦਾ, ਫਾਇਦਾ ਕੋਈ ਉਠਾਉਂਦਾ ਵੀ ਚਿੱਟੀ ਮੈਂ ਪਾਦਾ ਸਭ ਤੋਂ ਪਹਿਲਾਂ ਮੈਨੂੰ ਫਾਇਦਾ ਮਿਲਦਾ। ਸਾਨੂੰ ਇੱਕ ਟੈਲੀਫੋਨ ਦਿੱਤਾ ਸੀ ਐਸੋਸੀਏਸ਼ਨ ਦੇ ਕਮਰੇ 'ਚ, ਜੇ ਕਿ ਅਸੀਂ ਉਹਨੂੰ ਉਠਾਵਾਂਗੇ ਟੈਲੀਫੋਨ ਨੂੰ, ਨਾਲ ਦੀ ਨਾਲ ਪੁਰੀ ਸਾਹਿਬ ਦੇ ਕਮਰੇ ਜਾਏਗਾ। ਕਮਾਲ, ਬਹੁਤ ਵੱਡੀ ਗੱਲ ਦੱਸੀ, ਬਹੁਤ ਵੱਡੀ ਸੀ ਗੱਲ। ਸਕੱਤਰੇਤ ਦੇ ਕਹਿੰਦੇ ਬਹੁਤ ਵੱਡੇ ਲੀਡਰ ਹੋਏ ਨੇ ਜਿਹੜੇ ਨਾਰਾ ਲਾਉਂਦੇ ਹੈ ਤੇ ਕਰੀ ਸਰਕਾਰ ਕੰਬ ਜਾਂਦੀ ਸੀ। ਕਿਹੜੇ ਕਿਹੜੇ ਲੀਡਰ ਮੁੱਖ ਤੌਰ ਤੇ ਰਹੇ? ਮਤਲਬ ਕਿ ਤਿਆਰ ਕਰ ਦਿੱਤਾ ਜਾਂਦਾ ਵੀ 2 4 6 8 10 15 ਦਿਨ ਦੀ ਤਨਖਾਹ ਕੱਟ ਕੇ ਕਿਤੇ ਆਪਾਂ ਮਰ ਚੱਲੇ ਆ, ਪਰ ਆਪਾਂ ਡਰਨਾ ਨਹੀਂਗਾ। ਹਾਂ ਠੀਕ ਹੈ, ਸਰਕਾਰ ਦੀ ਮਜਬੂਰੀ ਹੈ, ਪੁਲਿਸ ਡਿਪਾਰਟਮੈਂਟ ਚਾਹੀਦਾ ਆ, ਐਜੂਕੇਸ਼ਨ ਚਾਹੀਦਾ, ਹੈਲਥ ਚਾਹੀਦਾ, ਬਾਕੀ ਥਾਵਾਂ ਤੇ ਠੇਕਾ ਸਿਸਟਮ ਵੀ ਚੱਲ ਜੂਗਾ। ਜਿਵੇਂ ਅਸੀਂ ਸੈਕਟਰੀਏਟ ਨੌਕਰੀ ਕੀਤੀ ਹੈ, ਸੈਕਟਰੀਏਟ 'ਚ ਮੰਤਰੀ ਬੈਠੇ ਨੇ, ਚੀਫ ਮਿਨਿਸਟਰ ਸਾਹਿਬ ਬੈਠੇ ਨੇ, ਉਹ ਜੇ ਸਾਡਾ ਹੀ ਤੁਸੀਂ ਖਿਆਲ ਨਹੀਂ ਕਰੋਗੇ, ਤੁਹਾਡਾ ਖਿਆਲ ਕੱਲ ਨੂੰ ਕੌਣ ਕਰੇਗਾ? ਕੋਈ ਵੀ ਬੰਦਾ ਜੇ ਕੋਈ ਉਹਦਾ ਉੱਪਰਲਾ ਆਫੀਸਰ ਆਪਣੇ ਮਹਿਕਮੇ ਨੂੰ ਠੀਕ ਢੰਗ ਨਾਲ ਚਲਾਉਣਾ ਚਾਹੁੰਦਾ ਹੈ, ਕਰਪਸ਼ਨ ਫ੍ਰੀ ਚਲਾਉਣਾ ਚਾਹੁੰਦਾ ਹੈ, ਤੇ ਕਿਸੇ ਦੀ ਕੋਈ ਜ਼ਰੂਰਤ ਨਹੀਂ ਕਿ ਨੀਚੇ ਕੋਈ ਕਰਪਸ਼ਨ ਕਰ ਦੇ। ਇੱਕ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਮੁਲਾਜ਼ਮ ਲੀਡਰ ਨੇ ਫੰਡ ਖੂਬ ਇਕੱਠਾ ਕਰਦੇ ਨੇ, ਦੂਸਰਾ ਸਿਆਸੀ ਬਹੁਤ ਫਾਇਦੇ ਲੈਂਦੇ ਨੇ, ਤੀਸਰਾ ਉਹ ਅਫਸਰਾਂ ਦੇ ਨੇੜੇ ਹੁੰਦੇ ਆ ਤੇ ਮਨਮਰਜ਼ੀ ਦੀਆਂ ਸੀਟਾਂ ਲੈਂਦੇ ਨੇ ਤੇ ਬਦਲੀਆਂ ਬੁਦਲੀਆਂ ਕਰਾ ਕੇ ਵੀ ਸ਼ੁਗਲ ਮੇਲਾ ਕਰ ਲੈਂਦੇ। ਅਜੇ ਤਾਂ ਵਿਚਾਰਾ ਹੋਇਆ ਨਹੀਂ, ਸਕੂਲ 'ਚ ਪੜ੍ਹ ਰਿਹਾ ਤੇ ਅਜੇ ਉਹਦੀ ਸਕੂਲਿੰਗ ਨਹੀਂ ਪੂਰੀ ਹੋਈ ਤੇ ਬਲੇਮ ਲੱਗ ਗਿਆ। ਪੰਜਾਬ 'ਚ ਇੱਕ ਗੱਲ ਬਣ ਗਈ ਕਿ ਇਹਨੇ ਪੋਲੀਟੀਕਲ ਫਾਇਦਾ ਲੈ ਲਿਆ, ਮੁੰਡੇ ਨੂੰ ਤਹਿਸੀਲਦਾਰ ਲਵਾ ਲਿਆ। ਅੱਜ ਆਪਾਂ ਮੁਲਾਜ਼ਮ ਲਹਿਰਾਂ ਦੀ ਗੱਲ ਕਰਾਂਗੇ ਤੇ ਮੁਲਾਜ਼ਮ ਲਹਿਰਾਂ ਨੂੰ ਸਿਰਜਣ ਵਾਲੇ ਮੁਲਾਜ਼ਮ ਲੀਡਰਾਂ ਦੀ ਗੱਲ ਕਰਾਂਗੇ। ਅਕਸਰ ਕਿਹਾ ਜਾਂਦਾ ਵੀ ਪੰਜਾਬ ਦੀਆਂ ਸੜਕਾਂ, ਦਫ਼ਤਰ, ਚੁਰਾਹੇ, ਚੌਂਕ ਤੇ ਹੁਣ ਤੇ ਕਹਿੰਦੇ ਟਾਵਰ ਤੇ ਟੈਂਕੀਆਂ ਵੀ ਮੁਲਾਜ਼ਮਾਂ, ਬੇਰੁਜ਼ਗਾਰਾਂ ਤੇ ਠੇਕਾ ਮੁਲਾਜ਼ਮਾਂ ਦੇ ਨਾਅਰਿਆਂ ਨਾਲ ਗੂੰਜ ਰਹੀਆਂ ਨੇ। ਅੱਜ 2 ਲੀਡਰਾਂ ਨੂੰ ਅਸੀਂ ਬੁਲਾਇਆ। ਇੱਕ ਸ਼ਾਮ ਲਾਲ ਸ਼ਰਮਾ ਜੀ, ਜਿਹੜੇ ਰਿਟਾਇਰਡ ਸਕੱਤਰੇਤ ਦੇ ਜਿਹੜੇ ਅਫੀਸਰ ਨੇ, ਉਹਨਾਂ ਦੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ, ਤੇ ਦੂਸਰੇ ਨੇ ਸੁਖਚੈਨ ਸਿੰਘ ਖਹਿਰਾ, ਜਿਹੜੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਕਨਵੀਨਰ ਨੇ ਤੇ ਪੰਜਾਬ ਸਕੱਤਰੇਤ ਐਸੋਸੀਏਸ਼ਨ ਦੇ ਨੇ ਚੇਅਰਮੈਨ। ਇੱਕ ਮੌਜੂਦਾ ਲੀਡਰਸ਼ਿਪ ਤੇ ਇੱਕ ਜਿਹੜੇ ਪਹਿਲੋਂ ਨਾਅਰੇ ਲਾਉਂਦੇ ਰਹੇ ਨੇ, ਹੁਣ ਰਿਟਾਇਰੀਆਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਨੇ। ਇਹਨਾਂ ਨੂੰ ਪੁੱਛਾਂਗੇ ਵੀ ਮੁਲਾਜ਼ਮ ਲਹਿਰਾਂ ਕਿਵੇਂ ਸਿਰਜਦੇ ਜੇ, ਤੇ ਜਿਹੜੇ ਤੁਹਾਡੇ ਤੇ ਦੋਸ਼ ਲੱਗਦੇ ਨੇ। ਆਮ ਕਿਹਾ ਜਾਂਦਾ ਵੀ ਸਿਆਸੀ ਪਾਰਟੀਆਂ ਦੀਆਂ ਧਿਰਾਂ ਹੁੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ, ਕੀ ਇਹ ਸੱਚਾਈ ਹੈ? ਸ਼ਰਮਾ ਜੀ, ਅੱਜ ਲਹਿਰਾਂ ਦੀ ਗੱਲ ਹੀ ਕਰਾਂਗੇ। ਪਹਿਲਾਂ ਤਾਂ ਇਹ ਦੱਸੋ, ਤੁਸੀਂ ਜੁਆਇਨ ਕਦੋਂ ਕੀਤੀ ਸੀ ਜੌਬ? ਮੈਂ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ 1968 ਦੇ ਵਿੱਚ ਸਰਵਿਸ ਜੁਆਇਨ ਕੀਤੀ ਸੀ ਐਜ਼ ਕਲਰਕ, ਐਂਡ ਆਈ ਰਿਟਾਇਰਡ ਐਜ਼ ਏ ਜੁਆਇੰਟ ਸੈਕਟਰੀ। ਓਕੇ, ਕਦੋਂ ਰਿਟਾਇਰ ਹੋਏ ਤੁਸੀਂ? 2008। ਵੈਸੇ ਕਹਿੰਦੇ ਉਮਰ ਪੁੱਛਣੀ ਚਾਹੀਦੀ ਪਰ ਪਤਾ ਲੱਗ ਜੂ। 2008 ਦੇ ਵਿੱਚ ਮੈਂ ਰਿਟਾਇਰ ਹੋਇਆ। 14 ਸਾਲ ਹੋ ਗਏ। 14 ਸਾਲ ਹੋ ਗਏ ਤੇ ਉਸੇ ਤਰ੍ਹਾਂ ਕੰਮ ਕਰ ਰਹੇ ਜਿਵੇਂ ਕਿ ਪਹਿਲਾਂ ਕਰ ਰਹੇ ਸੀ। ਨਾਰੇ ਕਿਹੜੀ ਉਮਰ 'ਚ ਲਾਉਣੇ ਸ਼ੁਰੂ ਕੀਤੇ? ਨਾਰੇ ਤਕਰੀਬਨ ਸਰਵਿਸ ਆਉਣ ਤੋਂ ਬਾਅਦ 5-6 ਸਾਲ ਬਾਅਦ ਤਕਰੀਬਨ ਲਗਾਉਣੇ ਸ਼ੁਰੂ ਕਰਤੇ ਸੀ ਤੇ 73-74 ਚ ਲਾਉਣੇ ਸ਼ੁਰੂ ਕਰਤੇ ਸੀ। ਹਾਂਜੀ, 78 ਦੇ ਵੀ ਸਾਡੀ ਜਿਹੜੀ ਸਸਪੈਂਸ਼ਨ ਵੀ ਹੋਈ ਸੀ, ਜਦੋਂ ਅਸੀਂ ਸੈਕਟਰੀਏਟ ਦੇ ਸਾਹਮਣੇ ਕੋਈ ਫੰਕਸ਼ਨ ਹੋ ਰਿਹਾ ਸੀ, ਉਹਦੇ ਵਿੱਚ ਨਾਰੇ ਲਾਏ। ਸਰਕਾਰੀ ਫੰਕਸ਼ਨ ਸੀ? ਸਰਕਾਰੀ ਫੰਕਸ਼ਨ ਸੀ। ਕਿਹੜੇ ਸੀ ਉਦੋਂ ਮੁੱਖ ਮੰਤਰੀ? ਉਦੋਂ ਮੁੱਖ ਮੰਤਰੀ ਤਾਂ ਯਾਦ ਨਹੀਂ ਹੈਗੇ। ਹਾਂ, ਭੁੱਲ ਗਏ। 78 ਦੀ ਗੱਲ ਹੈ, ਲੇਕਿਨ ਇਹ ਕਿ ਲੈਕਚਰ ਜਦੋਂ ਉਦੋਂ ਦੇ ਰਹੇ ਸੀ, ਬਲਰਾਮ ਜੀ ਦਾ ਟੰਡਨ ਦੇ ਰਹੇ ਸੀ, ਇੰਡਸਟਰੀ ਮਿਨਿਸਟਰ ਸੀ, ਤੇ ਕਾਫੀ ਸ਼ੁਰੂ ਤੋਂ ਅਸੀਂ ਇਹ ਜਿਹੜਾ ਸੀ ਸਟਰਗਲ ਕੀਤਾ ਹੈ। ਸੈਕਟਰੀਏਟ ਦੇ ਵਿੱਚ ਨਾਰੇ ਵੱਜਦੇ ਰਹੇ ਨੇ। ਈਵਨ ਮੇਰੇ ਤੋਂ ਪਹਿਲਾਂ ਵੀ ਜਿਹੜੇ ਰਹੇ ਨੇ, ਮੈਂ ਦੇਖ ਰਿਹਾ ਸੀ ਕਿ ਪ੍ਰੇਮ ਸਾਗਰ ਜੀ ਸਾਡੇ ਪ੍ਰਧਾਨ ਹੁੰਦੇ ਸੀ ਸ਼ੁਰੂ, ਜਿਹੜੇ ਜਦੋਂ ਜੁਆਇੰਟ ਪੰਜਾਬ ਸੀ, ਸਕੱਤਰੇਤ ਐਸੋਸੀਏਸ਼ਨ ਦੇ ਫਾਊਂਡਰ ਮੈਂਬਰ ਸੀ। ਓਕੇ, ਤੇ ਉਦੋਂ ਆਪਣਾ ਪ੍ਰਤਾਪ ਸਿੰਘ ਕਹਿ ਰਹੇ ਹੋ ਚੀਫ ਮਿਨਿਸਟਰ ਪੰਜਾਬ ਸੀ। ਮੁਲਾਜ਼ਮਾਂ ਤੇ ਸਰਕਾਰਾਂ ਦੀ ਜਿਹੜੀਆਂ ਨੇ ਲੜਾਈ ਸ਼ੁਰੂ ਤੋਂ ਹੀ ਚੱਲਦੀ ਰਹੀ ਹੈ। ਕੈਰੋਂ ਸਾਹਿਬ ਤੇ ਕਹਿੰਦੇ ਬੜੇ ਕੈਰੀ ਅੱਖ ਨਾਲ ਦੇਖਦੇ ਸੀ ਮੁਲਾਜ਼ਮਾਂ ਨੂੰ। ਉਹਨਾਂ ਦਾ ਹੀ ਇਹ ਵਰਸ਼ਨ ਸੀ ਜਿਹੜੀ ਕਿ ਅਸੀਂ ਸੁਣਦੇ ਰਹੇ, ਆਪਣੇ ਜਿਹੜੇ ਪੁਰਾਣੇ ਸਾਥੀ ਸੀ
ਕਿ ਉਸ ਟਾਈਮ ਉਹਨਾਂ ਨੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਮੁਲਾਜ਼ਮਾਂ ਨੂੰ ਕੱਛੇ ਪਵਾ ਦੂੰਗਾ। ਪਰ ਉਹਨਾਂ ਨੇ ਪ੍ਰੇਮ ਸਾਗਰ ਨੂੰ ਸਸਪੈਂਡ ਵੀ ਕੀਤਾ ਸੀ ਔਰ ਕਹਿੰਦੇ ਪੈਂਚਰ ਲਾਉਣਾ ਲਈ ਮਜਬੂਰ ਕਰਤਾ ਸੀ। ਪੈਂਚਰ ਲਾਏ ਇਹਨਾਂ ਨੇ ਸਾਈਕਲ ਤੇ ਔਰ ਬੜੀ ਲਾਈਫ ਜਿਹੜੀ ਉਹ ਬੜੀ ਪ੍ਰੇਮ ਸਾਗਰ ਜੀ ਨੇ ਬੜੀ ਮਿਜ਼ਰੇਬਲ ਲਾਈਫ ਉਹਨਾਂ ਦੀ ਰਹੀ ਹੈ। ਔਰ ਈਵਨ ਜਿਹੜਾ ਐਮਐਲਏ ਚੌਂਕ ਹੈਗਾ ਐਮਐਲਏ ਫਲੈਟਸ ਦਾ, ਉੱਥੇ ਉਹ ਬੈਠਦੇ ਸੀ। ਈਵਨ ਇੱਕ ਦੋ ਵਾਰੀ ਜਦੋਂ ਬਾਅਦ ਚ ਉਹਨੇ ਦੇਖਿਆ ਵੀ ਬੜੀ ਆਪ ਪ੍ਰਤਾਪ ਸਿੰਘ ਕਹਿ ਰਹੇ ਗੱਡੀ 'ਚੋਂ ਉਤਰ ਕੇ ਉਹਨਾਂ ਨੂੰ ਕਿਹਾ ਸੀ ਵੀ ਮੈਂ ਠੀਕ ਨਹੀਂ ਕੀਤਾ ਤੁਹਾਡੇ ਨਾਲ, ਬਾਅਦ ਚ ਉਹਨਾਂ ਦੀ ਵੀ ਸੈਕਟਰ 'ਚ ਕਹਿੰਦੇ ਉਹ ਪੈਂਚਰ ਲਾਉਂਦੇ ਕਾਫੀ ਔਖੇ ਰਹੇ ਨੇ, ਕਾਫੀ ਲਾਈਫ ਦੇ ਵਿੱਚ ਔਖੇ ਰਹੇ ਨੇ, ਲੇਕਿਨ ਅਲਟੀਮੇਟਲੀ ਉਹ ਜਿੱਤੇ ਨਹੀਂ। ਉਹਨਾਂ ਨੇ ਸਰੈਂਡਰ ਨਹੀਂ ਕੀਤਾ ਸੀ। ਸਰਕਾਰ ਨੇ ਉਹਨਾਂ ਨੂੰ ਰੀਇਨਸਟੇਟ ਕੀਤਾ ਸੀ, ਬਿਨ ਕੋਈ ਸਜ਼ਾ ਨਹੀਂ ਦਿੱਤੀ, ਕੋਈ ਕੁਛ ਨਹੀਂ ਦਿੱਤਾ, ਕਿਉਂਕਿ ਉਹਨਾਂ ਦਾ ਜਿਹੜਾ ਹੈ ਕੋਈ ਦੋਸ਼ ਕਸੂਰ ਹੀ ਨਹੀਂ ਸੀ ਉਹਨਾਂ ਦਾ। ਲੱਗਦਾ ਕਿਤੇ ਮੌਜੂਦਾ ਕੋਈ ਸਸਪੈਂਡ ਡਿਸਮਿਸ ਕਰ ਦਿੱਤਾ ਜਾਵੇ ਮੁਲਾਜ਼ਮ ਲੀਡਰ ਤੇ ਉਹ ਪੈਂਚਰ ਲਾਊਗਾ? ਨਹੀਂ, ਹੁਣ ਉਦਾਂ ਦੀ ਉਹ ਹੈਗੀ ਆ ਤਾਕਤ ਅੱਜ ਦੀ ਲੀਡਰਸ਼ਿਪ 'ਚ? ਨਹੀਂ, ਇਹ ਗੱਲ ਤਾਂ ਨਹੀਂ ਅੱਜ ਕੱਲ ਹੁੰਦੀ। ਸਰਕਾਰਾਂ ਵੀ ਚੌਕਸ ਹੋ ਗਈਆਂ ਨੇ, ਜਿੰਨਾ ਤਸ਼ੱਦਦ ਉਹਨੂੰ ਕੀਤਾ ਸੀ ਇੰਨਾ ਨਹੀਂ ਕਰ ਸਕਦੇ। ਉਸ ਤੋਂ ਬਾਅਦ ਸਾਡੇ ਜਿਹੜੇ ਨੇ ਪ੍ਰੈਜ਼ੀਡੈਂਟ ਜਿਹੜੇ ਨੇ ਮਿਸਟਰ ਹਰੀਚੰਦ ਕੌਸ਼ਲ ਵੀ ਰਹੇ ਨੇ, ਉਹਨਾਂ ਨੇ ਵੀ ਬੜਾ ਜਦੋਜਹਿਦ ਸੈਕਟਰੀਏਟ ਦੇ ਵਿੱਚ ਕੀਤਾ, ਉਹਨਾਂ ਨਾਲ ਵੀ ਅਸੀਂ ਕੰਮ ਕੀਤਾ ਹੈਗਾ। 1981 ਦੇ ਵਿੱਚ ਬੜੀ ਜ਼ਬਰਦਸਤ ਸਟ੍ਰਾਈਕ ਹੋਈ ਸੀ ਜਦੋਂ 77 ਦੇ ਵਿੱਚ, ਜਦੋਂ ਕਿ ਸਰਦਾਰ ਦਰਬਾਰਾ ਸਿੰਘ ਚੀਫ ਮਿਨਿਸਟਰ ਹੁੰਦੇ ਸੀ। ਉਦੋਂ ਸਟ੍ਰਾਈਕ ਹੋਈ, ਬੜੀ ਕਾਮਯਾਬ ਸਟ੍ਰਾਈਕ ਰਹੀ। 5 ਦਿਨ ਦੀ ਸਟ੍ਰਾਈਕ ਸੀ, 5 ਦਿਨ ਦੇ ਵਿੱਚ ਹੀ ਸਰਕਾਰ ਹਿਲਾ ਕੇ ਰੱਖਤੀ ਸੀ, ਕਿਉਂਕਿ ਨੈਕਸਟ ਡੇ ਜਿਹੜਾ ਸੀ ਉਹ ਆਪਣਾ ਅਸੈਂਬਲੀ ਸੈਸ਼ਨ ਹੋਣਾ ਸੀ। ਉਦੋਂ ਜਿਹੜੇ ਸਾਡੇ ਚੀਫ ਸੈਕਟਰੀ ਸੀ ਉਹ ਮਿਸਟਰ ਆਈ.ਸੀ. ਪੁਰੀ ਸੀ ਜੀ। ਗੱਲਬਾਤ ਹੋਈ ਔਰ ਉਹਨਾਂ ਨੇ ਸਾਡੀ ਸਟ੍ਰਾਈਕ ਖੁੱਲੀ, ਮੰਗਾਂ ਹੀ ਮੰਨੀਆਂ। ਈਵਨ ਬੜਾ ਚੰਗਾ ਟਾਈਮ ਵੀ ਹੁੰਦਾ ਸੀ, ਕਈ ਆਫੀਸਰ ਯਾਦ ਆਉਂਦੇ ਨੇ ਕਿ ਮਿਸਟਰ ਆਈ.ਸੀ. ਪੁਰੀ ਨੇ 10ਵੀਂ ਮੰਜ਼ਲ ਤੇ ਜਾ ਕੇ ਸੈਕਟਰੀਏਟ ਦੇ ਵਿੱਚ ਮੁਲਾਜ਼ਮਾਂ ਨੂੰ ਐਡਰੈਸ ਕੀਤਾ ਸੀ। 10ਵੀਂ ਭਾਵ ਸਿਖਰਲੀ ਮੰਜ਼ਲ ਟੌਪ ਤੇ, ਜਿੱਥੇ ਸਾਡੀ ਕੰਟੀਨ ਹੈ 11 ਤੇ ਸਾਡੀ ਕੰਟੀਨ ਹੈ, ਉੱਪਰ ਟੈਰੇਸ ਜਿਹੜਾ ਬਣਿਆ ਹੋਇਆ ਹੈ, ਉੱਥੇ ਜਾ ਕੇ ਐਡਰੈਸ ਕੀਤਾ ਸੀ ਮੁਲਾਜ਼ਮਾਂ ਨੂੰ। ਜਿੱਥੇ ਮੇਰਾ ਹਾਲ ਯੂਨੀਅਨ ਦੇ ਐਸੋਸੀਏਸ਼ਨ ਦਾ ਆਫਿਸ ਵੀ ਹੈ। ਆਫਿਸ ਵੀ ਉੱਥੇ ਸੀ ਪਹਿਲੇ, ਉਹ ਆਫਿਸ ਹੁਣ ਨੀਚੇ ਆ ਗਿਆ। ਪਹਿਲੇ ਉਹ ਆਫਿਸ ਹੁੰਦਾ ਸੀ, ਪਹਿਲਾਂ ਟੌਪ ਤੇ ਸੀ, ਹੁਣ ਮੇਰਾ ਗਰਾਊਂਡ ਫਲੋਰ ਹੁਣ ਗਰਾਊਂਡ ਫਲੋਰ ਤੇ। ਉਦੋਂ ਟੌਪ ਤੇ ਹੁੰਦਾ ਸੀ। ਈਵਨ ਉਸ ਅਫਸਰ ਨੂੰ ਦੇਖੋ, ਅਸੀਂ ਇੱਕ ਵਾਰੀ ਜਦੋਂ ਸਟ੍ਰਾਈਕ ਹੋਈ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਸਟ੍ਰਾਈਕ ਤੁਸੀਂ ਕਿਉਂ ਕੀਤੀ, ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ? ਅਸੀਂ ਕਿਹਾ ਜੀ ਤੁਹਾਨੂੰ ਮਿਲਣ ਨਹੀਂ ਦਿੰਦਾ ਕੋਈ, ਤੇ ਕੋਈ ਗੱਲ ਨਹੀਂ ਹੁੰਦੀ, ਹੁਣ ਤਾਂ ਬਹੁਤ ਹੋ ਗਿਆ। ਉਦੋਂ ਉਹਨੇ ਵਰਡ ਯੂਜ਼ ਕੀਤਾ ਸੀ ਕਿ ਮੈਂ ਤੁਹਾਨੂੰ ਇੱਕ ਹੌਟਲਾਈਨ ਲੈ ਕੇ ਦੇ ਰਿਹਾ। ਸਾਨੂੰ ਇੱਕ ਟੈਲੀਫੋਨ ਦਿੱਤਾ ਸੀ ਐਸੋਸੀਏਸ਼ਨ ਦੇ ਕਮਰੇ 'ਚ, ਜੇ ਕਿ ਅਸੀਂ ਉਹਨੂੰ ਉਠਾਵਾਂਗੇ ਟੈਲੀਫੋਨ ਨੂੰ, ਨਾਲ ਦੀ ਨਾਲ ਪੁਰੀ ਸਾਹਿਬ ਦੇ ਕਮਰੇ ਜਾਏਗਾ। ਕਮਾਲ, ਬਹੁਤ ਵੱਡੀ ਗੱਲ ਦੱਸੀ, ਬਹੁਤ ਵੱਡੀ ਸੀ ਗੱਲ। ਉਹ ਕਹਿੰਦੇ ਸੀ ਤੁਹਾਨੂੰ ਲੋੜ ਹੀ ਨਹੀਂ ਪਏਗੀ ਅੱਗੇ ਨੂੰ ਸਟ੍ਰਾਈਕ ਕਰਨ ਦੀ, ਤੁਸੀਂ ਜਦੋਂ ਵੀ ਗੱਲ ਕਰਨਾ ਚਾਹੋ ਮੇਰੇ ਨਾਲ ਕਰ ਸਕਦੇ ਨੇ। ਸ਼ਰਮਾ, ਮੈਨੂੰ ਨਾਲ ਹੀ ਗੱਲ ਯਾਦ ਆ ਕਿ ਖਹਿਰਾ ਸਾਹਿਬ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਪੁੱਛਣੀ ਲਾਜ਼ਮੀ ਹੈ, ਤੁਸੀਂ ਜਵਾਬ ਦੇ ਸਕਦੇ ਜੇ। ਪਹਿਲਾਂ ਤਾਂ ਕਹਿੰਦੇ ਮੁੱਖ ਮੰਤਰੀ ਇਦਾਂ ਦੇ ਹੁੰਦੇ ਸੀ ਵੀ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਆਪਣਾ ਸੰਗਰੂਰ ਦੇ ਫਲਾਣੇ ਚੌਂਕ 'ਚ 4 ਬੰਦਿਆਂ ਨੇ ਕਾਲੇ ਬਿੱਲੇ ਲਾ ਲਏ ਆ, ਜਾਂ ਅੰਮ੍ਰਿਤਸਰ ਦੇ ਘੰਟਾ ਘਰ ਦੇ ਨੇੜੇ 3 ਬੰਦੇ ਜਿਹੜੇ ਨੇ ਭੁੱਖ ਹੜਤਾਲ ਤੇ ਬਹਿ ਗਏ ਆ, ਤੇ ਮੁੱਖ ਮੰਤਰੀ ਨੂੰ ਬੇਚੈਨੀ ਜੀ ਹੋ ਜਾਂਦੀ ਸੀ, ਯਾਰ ਮੇਰੇ ਰਾਜ ਵਿੱਚ 4 ਬੰਦਿਆਂ ਨੇ ਕਾਲੇ ਬਿੱਲੇ ਕਿਉਂ ਲਾ ਲਏ? ਤੇ ਹੁਣ ਤੇ ਕਹਿੰਦੇ ਸਾਰਾ ਪੰਜਾਬ ਹੀ ਕਾਲਾ ਕਰ ਦੋ, ਤੇ ਮੁੱਖ ਮੰਤਰੀ ਤੇ ਉੱਠਦਾ ਹੀ ਨਹੀਂ, ਜਾਗਦਾ ਹੀ ਨਹੀਂ। ਫਰਕ ਪੈ ਗਿਆ। ਇਹ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਰਾਜਨੀਤਿਕ ਲੋਕਾਂ ਦੇ ਵਿੱਚ ਵੀ ਗਿਰਾਵਟ ਆ ਗਈ ਹੈ। ਜੋ ਗੱਲਾਂ ਅੱਜ ਕੱਲ ਵਾਪਰ ਰਹੀਆਂ ਨੇ ਉਹ ਗੱਲਾਂ ਬਿਲਕੁਲ ਵੀ ਸੁਣੀ ਵੀ ਨਹੀਂ ਸੀ। ਬਿਲਡਿੰਗ ਦੇ ਬਾਹਰ ਨਾਰੇ ਵੱਜਦੇ ਸੀ, ਜਾਂ ਮੈਕਸਿਮਮ ਕੋਈ ਕਰਦਾ ਸੀ ਬਿਲਡਿੰਗ ਦੇ ਅੰਦਰ ਨਾਰੇ ਵੱਜ ਜਾਂਦੇ ਸੀ। ਇਹੋ ਜਿਹੀ ਗੱਲਾਂ ਬਾਤਾਂ ਨਹੀਂ ਹੁੰਦੀ ਸੀ। ਲੇਕਿਨ ਕਿੰਨੀ ਗਿਰਾਵਟ ਆ ਗਈ ਹੈ ਕਿ ਤੁਸੀਂ ਸੜਕਾਂ ਰੋਕ ਲਓ, ਬੱਸਾਂ ਰੋਕ ਲਓ, ਕੁਝ ਵੀ ਕਰ ਲਓ, ਪਾਣੀ ਦੀ ਟੰਕੀਆਂ ਤੇ ਚੜ ਜਾਓ, 20 ਦਿਨ ਹੜਤਾਲ ਕਰ ਲਓ। 20 ਦਿਨ ਹੜਤਾਲ। ਹੁਣ ਤਾਂ ਇਹ ਹੋ ਗਿਆ ਕਿ ਟਾਵਰ ਦੇ ਉੱਪਰ ਤੁਸੀਂ ਬਹਿ ਜਾਓ, ਉੱਥੇ ਮੰਜੇ ਵੀ ਢਾ ਲਓ, ਕੁਝ ਵੀ ਕਰ ਲਓ। ਮੈਂ ਕਿਹਾ ਕੋਈ ਵੀ ਜਿਹੜੇ ਹੈਗੀਆਂ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ ਹੈਗੀ। ਔਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਤਰੀਕੇ ਅਸੀਂ ਉਦੋਂ ਅਪਣਾਉਂਦੇ ਸੀ, ਜੇ ਉਹ ਤਰੀਕੇ ਹੁਣ ਅਪਣਾਈਏ ਅਸੀਂ ਤਾਂ ਫਿਰ ਤਾਂ ਕੁਝ ਹੋਏਗਾ ਹੀ ਨਹੀਂ, ਪੁੱਛੇ ਕੋਈ ਨਾ। ਹੁਣ ਤਾਂ ਪੁੱਛਗਿੱਛ ਹੀ ਨਹੀਂ ਹੋਏਗੀ ਇਸ ਟਾਈਮ। ਉਦੋਂ ਪੁੱਛਗਿੱਛ ਹੁੰਦੀ ਸੀ, ਗੱਲਾਂ ਵੀ ਮੰਨੀ ਜਾਂਦੀਆਂ ਸੀ, ਅਫਸਰਾਂ ਦਾ ਵੀ ਕੋਈ ਸਟੇਟਸ ਵੀ ਹੁੰਦਾ ਸੀ। ਮੈਂ ਦੇਖਿਆ ਕਿ ਆਈ.ਸੀ. ਪੁਰੀ ਸਾਹਿਬ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੇ ਵੀ ਉਦੋਂ ਸਾਨੂੰ ਐਡਰੈਸ ਕੀਤਾ। ਇੱਕ ਵਾਰੀ ਅਸੀਂ, ਹਾਲਾਂਕਿ ਸੈਕਟਰੀਏਟ ਜਿਹੜਾ ਸਟਾਫ ਹੈ, ਕਿਉਂਕਿ ਇਹਦਾ ਐਜ ਹੈ ਦੂਜੇ ਫੀਲਡ ਸਟਾਫ ਨਾਲੋਂ, ਸਾਡੀ ਜਿਹੜੀ ਐਜੀਟੇਸ਼ਨ ਸੀ, ਜਿੰਨੀ ਦੇਰ ਮੈਂ ਪ੍ਰਧਾਨ ਰਿਹਾ, ਸਾਡੀ ਸੈਕਟਰੀਏਟ ਬਿਲਡਿੰਗ ਦੇ ਵਿੱਚ ਹੀ ਐਜੀਟੇਸ਼ਨ ਹੁੰਦੀ ਸੀ।
ਸਾਡੇ ਦਫ਼ਤਰ ਕੋਈ 17 ਸੈਕਟਰ ਜਾਂ 22 ਸੈਕਟਰ ਹੁੰਦੇ ਸੀ, ਕੋਈ ਸੈਕਟਰੀਏਟ ਸਟਾਫ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ। ਪ੍ਰਾਈਵੇਟ ਬਿਲਡਿੰਗਾਂ ਦੇ ਵਿੱਚ ਵੀ ਮਿੰਨੀ ਸੈਕਟਰੀਏਟ ਕਹਿ ਲਏ ਜਾਂ ਸੈਕਟਰੀਏਟ 2 ਨਹੀਂ ਸੀ ਹੁੰਦਾ। ਨਹੀਂ, ਮਿੰਨੀ ਸੈਕਟਰੀਏਟ ਨਹੀਂ ਬਣਿਆ ਸੀ ਉਦੋਂ। 17 ਸੈਕਟਰ ਵੀ ਦਫ਼ਤਰ ਸੀ, ਈਵਨ 22 ਸੈਕਟਰ ਵੀ ਦਫ਼ਤਰ ਸੀ, 35 ਸੈਕਟਰ ਵੀ ਦਫ਼ਤਰ ਸੀ, ਖਿਲਰੇ ਹੋਏ ਦਫ਼ਤਰ ਸੀ। ਲੇਕਿਨ ਸਾਨੂੰ ਮਿਹਨਤ ਵੀ ਕਰਨੀ ਪੈਂਦੀ ਸੀ। ਪਹਿਲਾਂ ਬਾਹਰ ਵੀ ਮੀਟਿੰਗਾਂ ਕਰਦੇ ਸੀ ਤੇ ਉੱਥੇ ਮੀਟਿੰਗਾਂ ਕਰਦੇ ਸੀ। ਉਦੋਂ ਮੋਬਾਈਲ ਫੋਨ ਤੇ ਨਾ ਫੋਨ, ਮੋਬਾਈਲ ਫੋਨ ਕੋਈ ਨਹੀਂ ਸੀ ਉਦੋਂ ਜੀ। ਲੇਕਿਨ ਅਸੀਂ ਐਜੀਟੇਸ਼ਨਾਂ ਕੀਤੀਆਂ, ਕਾਮਯਾਬੀ ਵੀ ਹੋਈ ਹੈ। ਈਵਨ ਉਸ ਤੋਂ ਬਾਅਦ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਅੱਗੇ ਖਹਿਰਾ ਸਾਹਿਬ ਨੂੰ ਸ਼ਾਮਲ ਕਰ ਲਈਏ। ਖਹਿਰਾ ਸਾਹਿਬ, ਇਹ ਕੀ ਗੱਲ ਬਣੀ ਜਦੋਂ ਸ਼ਾਮ ਲਾਲ ਸ਼ਰਮਾ ਜੀ ਸੀ ਸਕੱਤਰੇਤ ਦੇ ਲੀਡਰ, ਉਦੋਂ 10ਵੀਂ ਮੰਜ਼ਿਲ ਤੇ ਟੌਪ ਤੇ ਯੂਨੀਅਨ ਦਾ ਦਫ਼ਤਰ, ਤੇ ਜਦੋਂ ਖਹਿਰਾ ਸਾਹਿਬ ਪ੍ਰਧਾਨ ਬਣੇ ਤਾਂ ਬਿਲਕੁਲ ਗਰਾਊਂਡ ਫਲੋਰ ਤੇ ਥੱਲੇ ਆ ਗਏ ਨਾ। ਇਹਦੇ ਵਿੱਚ ਤਰਲੋਚ ਜੀ ਗੱਲ ਐਵੇਂ ਸੀ, 2016 ਦੇ ਵਿੱਚ ਮੈਂ ਪ੍ਰਧਾਨ ਬਣਿਆ। ਮੇਰੇ ਤੋਂ ਪਹਿਲਾਂ ਗੁਰਿੰਦਰ ਜੌਲ ਜੋ ਹੁਣ ਐਸਡੀਐਮ ਨੇ, ਜੀ, ਤੇ ਜਿਹੜੇ ਪੀਸੀਐਸ ਬਣ ਗਏ ਸੀਗੇ, ਹੁਣ ਐਸਡੀਐਮ ਨੇ, ਉਹ ਮੇਰੇ ਤੋਂ ਪਹਿਲੇ ਪ੍ਰਧਾਨ ਸੀਗੇ। ਸਾਡਾ ਆਪਣਾ ਗਰੁੱਪ ਸੀਗਾ। ਹੁਣ ਲੋਕਾਂ ਦੇ ਵਿੱਚ ਉਹਦੇ ਪਿੱਛੇ ਲੜਾਈ ਹੁੰਦੀ। ਸਾਡੀ ਲੜਾਈ ਇਹ ਹੋਈ, ਉਹ ਕਹਿੰਦੇ ਪ੍ਰਧਾਨ ਤੂੰ ਬਣ, ਮੈਂ ਕਿਹਾ ਨਹੀਂ ਪ੍ਰਧਾਨ ਤੂੰ ਬਣ। ਮੇਰੇ ਤੋਂ ਪਹਿਲੇ ਜੇ ਪਰਮਦੀਪ ਸਿੰਘ ਭਗਤ, ਤੁਹਾਡੇ ਵੇਲੇ ਤੇ ਬਕਾਇਦਾ ਵੋਟਾਂ ਵੀ ਪੈਂਦੀਆਂ ਰਹੀਆਂ ਸ਼ਾਇਦ। ਇਲੈਕਸ਼ਨ ਹੁੰਦਾ ਸੀ ਜੀ, ਬੈਲਟ ਦੇ ਥਰੂ ਵੀ ਹੋਇਆ ਹੈ। ਬੈਲਟ ਦੇ ਥਰੂ ਬੜਾ ਰਿਸਪੌਂਸ ਹੁੰਦਾ ਸੀ, ਲੋਕਾਂ ਦੇ ਉਤਸ਼ਾਹ ਹੁੰਦਾ ਸੀ ਕਿ ਸੈਕਟਰੀਏਟ ਦੀ ਅਸੀਂ ਯੂਨੀਅਨ ਚੁਣਨੀ ਹੈ। ਨਹੀਂ, ਸਾਸੀ ਵੀ ਜਦੋਂ 2001 ਚ ਆਏ ਆ ਜੀ, ਤੇ ਉਦੋਂ ਵੀ ਇਲੈਕਸ਼ਨਾਂ ਹੁੰਦੀਆਂ ਰਹੀਆਂ। ਇੱਕ ਵਾਰ ਇਲੈਕਸ਼ਨ ਸੀਗੀ ਤੇ ਸਾਡਾ ਜਿਹੜਾ ਗਰੁੱਪ ਸੀ ਉਹਦੇ ਚ ਸਾਡੇ ਜਿਹੜੇ ਪ੍ਰਧਾਨ ਦੇ ਇਲੈਕਸ਼ਨ ਦੇ ਲਈ ਖੜੇ ਸੀ ਉਹਦੀ ਉਮਾਕਾਂਤ ਵਾੜੀ ਜੀ। ਸੋ ਹੋਇਆ ਐਵੇਂ ਕਿ ਇਲੈਕਸ਼ਨ ਹੋਈ, ਬੜੀ ਧੂਮ-ਧਾਮ ਨਾਲ, ਬਹੁਤ ਜ਼ੋਰ ਲੱਗਿਆ। 10 ਬੰਦੇ ਸੀ, 10 ਚੋਂ 9 ਅਸੀਂ ਜਿੱਤ ਗਏ। ਮੈਂ ਫਸਟ ਟਾਈਮ ਜਿੱਤਿਆ ਸੀ, ਸਾਡੇ ਪ੍ਰਧਾਨ ਸਾਹਿਬ ਹਾਰ ਗਏ ਵੋਟਾਂ ਰਾਹੀਂ। ਹੁਣ ਬੜਾ ਰੌਲਾ ਪਿਆ ਸੀ ਵੀ ਟ੍ਰੇਨ ਜਿਹੜੀ ਉਹ ਬਿਨਾਂ ਇੰਜਣ ਤੋਂ ਜਿਹੜੀ ਹੁਣ ਚੱਲੇਗੀ, ਡੱਬੇ ਜਿਹੜੇ ਉਹ ਇੱਕ ਸਾਈਡ ਤੇ ਆ ਤੇ ਇੰਜਣ ਇੱਕ ਸਾਈਡ ਤੇ ਆ। ਸੋ ਉਦੋਂ ਵੀ ਕੀ ਸੀਗਾ ਕਿ ਜਦੋਂ 2001 ਚ ਸਾਡੀ ਭਰਤੀ, 2002 ਚ ਕਾਂਗਰਸ ਸਰਕਾਰ, ਅਮਰਿੰਦਰ ਗੌਰਮੈਂਟ ਆ ਗਈ, ਉਹ ਕਹਿੰਦੇ ਅਸੀਂ ਅਕਾਲੀਆਂ ਦੀ ਜਿਹੜੀ ਭਰਤੀ ਉਹ ਸਾਰੀ ਕੈਂਸਲ ਕਰ ਦੇਣੀ, ਇਹ ਕਰਪਸ਼ਨ ਕਰਕੇ ਆਏ ਨੇ। ਸੋ ਉਦੋਂ ਅਸੀਂ ਪਹਿਲੀ ਵਾਰ ਜਿਹੜੇ ਸੀਗੇ, ਸਾਨੂੰ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਸਾਨੂੰ ਟ੍ਰੇਨਡ ਕੀਤਾ ਤੇ ਸਾਨੂੰ ਲੜਨਾ ਸਿਖਾਇਆ। ਉਦੋਂ ਅਸੀਂ ਜਿਹੜੇ ਲੀਡਰ ਬਣੇ ਤੇ ਬੜੀਆਂ ਵੱਡੀਆਂ ਰੈਲੀਆਂ 17 ਸੈਕਟਰ ਮਟਕਾ ਚੌਂਕ ਤੇ ਹੋਇਆ ਕਰਦੀਆਂ ਸੀ, ਉੱਥੇ ਕੀਤੀਆਂ। ਪਟਿਆਲੇ ਜਾ ਕੇ ਕੀਤੀਆਂ। ਜਿਹੜਾ ਇੱਥੇ ਮਹਿਲ ਸੀ ਉਹ ਘੇਰੇ। ਤੇ ਉਦੋਂ ਜਾ ਕੇ ਅਮਰਿੰਦਰ ਸਿੰਘ ਨੇ ਫਿਰ ਸਾਨੂੰ ਕਿਹਾ ਵੀ ਮੈਂ ਸਟੇਟਮੈਂਟਾਂ ਦੇ ਰਿਹਾ, ਮੈਂ ਤੁਹਾਡਾ ਕੁਝ ਨਹੀਂ ਵਿਗਾੜਦਾ, ਤੁਸੀਂ ਬੈਠੋ, ਮੈਂ ਤੁਹਾਨੂੰ ਕੱਢਣਾ ਨਹੀਂਗਾ। ਸੋ ਫਿਰ ਅਸੀਂ ਆਰਾਮ ਨਾਲ ਬੈਠੇ। ਉੱਥੋਂ ਹੀ ਫਿਰ ਸਾਨੂੰ ਜਿਹੜੀ ਯੂਨੀਅਨ ਨੇ ਸਾਡੀ ਚੋਣ ਕੀਤੀ ਤੇ ਅਸੀਂ ਜਿਹੜੀ ਇਲੈਕਸ਼ਨ ਦੇ ਵਿੱਚ ਆਏ। ਤੇ ਉਸ ਤੋਂ ਬਾਅਦ ਲਗਾਤਾਰ ਹੁਣ ਚੱਲਦੇ ਹੀ ਆ ਰਹੇ ਨੇ। ਸ਼ਰਮਾ ਜੀ, ਤੁਹਾਨੂੰ ਕੋਈ ਯਾਦ ਹੋਊਗਾ ਸਕੱਤਰੇਤ ਦੇ ਕਹਿੰਦੇ ਬਹੁਤ ਵੱਡੇ ਲੀਡਰ ਹੋਏ ਨੇ ਜਿਹੜੇ ਨਾਅਰਾ ਲਾਉਂਦੇ ਸੀ ਤੇ ਕਰੀ ਸਰਕਾਰ ਕੰਬ ਜਾਂਦੀ ਸੀ। ਕਿਹੜੇ ਲੀਡਰ ਮੁੱਖ ਤੌਰ ਤੇ ਰਹੇ ਨੇ? ਸਾਡੇ ਜਿਹੜੀ ਐਜੀਟੇਸ਼ਨਾਂ ਹੋਈਆਂ ਨੇ ਜੀ, ਮਿਸਟਰ ਹਰੀਚੰਦ ਕੌਸ਼ਲ ਸੀ ਜੀ, ਉਹਨਾਂ ਦੇ ਟਾਈਮ ਦੇ ਦੌਰਾਨ 1981 ਦੇ ਵਿੱਚ ਸਟ੍ਰਾਈਕ ਹੋਈ। ਉਸ ਤੋਂ ਬਾਅਦ ਮਿਸਟਰ ਜਸਵੰਤ ਸਿੰਘ ਬਰਾੜ ਸਾਡੇ ਬਣੇ ਨੇ ਪ੍ਰਧਾਨ, ਉਹਨਾਂ ਨੇ ਵੀ 1984 ਦੇ ਵਿੱਚ ਸਟ੍ਰਾਈਕ ਕੀਤੀ ਸੀ। 35 ਦਿਨ ਸਟ੍ਰਾਈਕ ਚੱਲੀ ਸੀ। 84 ਤੇ ਵੈਸੇ ਮਾਹੌਲ ਹੀ ਬੜਾ ਖਰਾਬ ਸੀ ਜੀ। ਗਵਰਨਰ ਰਾਜ ਸੀ, ਮਿਸਟਰ ਬੀਡੀ ਪਾਂਡੇ ਹੁੰਦੇ ਸਾਡੇ ਗਵਰਨਰ ਸਾਹਿਬ ਸੀ। ਉਦੋਂ ਵੀ ਐਜੀਟੇਸ਼ਨ ਚੱਲੀ, ਕਿਉਂਕਿ ਮੁਲਾਜ਼ਮਾਂ ਨੂੰ ਤਾਂ ਜੋ ਵੀ ਪ੍ਰਾਪਤ ਕਰਨਾ ਪੈਂਦਾ ਹੈ ਐਜੀਟੇਸ਼ਨ ਨਾਲ ਹੀ ਮਿਲਦਾ ਹੈ। ਪਾਂਡੇ ਸਾਹਿਬ ਨੇ ਕਹਿੰਦੇ ਦਬਕੇ ਬਹੁਤ ਮਾਰੇ ਸੀ। ਦਬਕੇ ਵੀ ਚੱਲਦੇ ਸੀ ਜੀ, ਲੇਕਿਨ ਜਦੋਂ ਤੁਹਾਡੀ ਯੂਨਿਟੀ ਹੋਵੇ, ਹਰ ਤੁਹਾਡਾ ਜਿਹੜੇ ਇਰਾਦੇ ਨੇ ਉਹ ਨੇਕ ਹੋਣ, ਤੁਹਾਡਾ ਕੋਈ ਸੈਲਫ ਇੰਟਰਸਟ ਨਾ ਹੋਵੇ, ਫਿਰ ਕਾਮਯਾਬੀ ਹੁੰਦੀ ਹੈ। ਜਿਹੜੇ ਨੇ ਲੀਡਰ ਵੀ, ਯੂਨੀਅਨ ਵੀ, ਸਾਰਾ ਕੁਝ ਵਧੀਆ ਚੱਲਦਾ। ਜਦੋਂ ਸੈਲਫ ਇੰਟਰਸਟ ਆ ਜਾਂਦਾ ਉਦੋਂ ਫਿਰ ਦਿੱਕਤਾਂ ਆਉਂਦੀਆਂ ਨੇ। ਤੇ ਲੱਕੀਲੀ ਇਹ ਰਿਹਾ ਹੈ ਕਿ ਸਾਡਾ ਜਿਹੜਾ ਸਿਸਟਮ ਰਿਹਾ ਉਹ ਵਧੀਆ ਰਿਹਾ ਹੈ, ਕਿਸੇ ਦਾ ਵੀ ਕੋਈ ਸੈਲਫ ਇੰਟਰਸਟ ਨਹੀਂ ਹੁੰਦਾ ਸੀ। ਇੱਕ ਸੈਕਟਰੀਏਟ ਦੀ ਸਰਵਿਸ ਇੱਕ ਐਸੀ ਰਹੀ ਹੈ ਕਿ ਸੈਕਟਰੀਏਟ ਦੇ ਵਿੱਚ ਬੰਦਾ ਇਮਾਨਦਾਰੀ ਦੇ ਨਾਲ ਕੰਮ ਕਰ ਸਕਦਾ, ਮਿਹਨਤ ਕਰ ਸਕਦਾ, ਕਿਸੇ ਦਾ ਦਬਾਅ ਨਹੀਂ ਹੁੰਦਾ, ਕਿਉਂਕਿ ਸਾਡੀ ਕੋਈ ਟ੍ਰਾਂਸਫਰ ਪੋਸਟ ਨਹੀਂ ਹੁੰਦੀ। ਸਾਡੇ ਤੇ ਇਹ ਹਥਿਆਰ ਨਹੀਂ ਹੁੰਦਾ ਕਿ ਜੇ ਤੂੰ ਕੰਮ ਇਸ ਤਰ੍ਹਾਂ ਨਹੀਂ ਕਰੇਗਾ, ਸਾਡਾ ਕਹਿਣਾ ਨਹੀਂ ਮੰਨੇਗਾ, ਤੈਨੂੰ ਸ਼ਿਫਟ ਕਰ ਦਿਆਂਗੇ, ਤੈਨੂੰ ਫਾਜ਼ਿਲਕਾ ਲਾ ਦਿਆਂਗੇ, ਤੈਨੂੰ ਤਰਨਤਾਰਨ ਲਾ ਦਿਆਂਗੇ, ਇਹੋ ਜੀ ਸਾਡੇ ਕੋਈ ਗੱਲ ਨਹੀਂ ਹੁੰਦੀ। ਨੁਕਰੇ ਤਾਂ ਲਾ ਸਕਦੇ ਨਾ, ਕਿਸੇ ਨੁਕਰੇ ਲਾਉਣ ਨੂੰ ਸਿਰਫ ਇੰਨਾ ਕੋਈ ਲੋਕੀ ਕਹਿੰਦੇ ਨੇ ਕਿ ਕਿਸੇ ਇੰਪੋਰਟੈਂਟ ਬ੍ਰਾਂਚ ਚੋਂ ਬਦਲ ਕੇ ਤੁਹਾਨੂੰ ਲਾਈਟ ਬ੍ਰਾਂਚ ਲਾ ਸਕਦੇ, ਇਸ ਤੋਂ ਵੱਧ ਨਹੀਂ ਲਾ ਸਕਦੇ, ਹੋਰ ਕੁਝ ਵੀ ਨਹੀਂ ਕਰ ਸਕਦੇ। ਮੈਕਸਿਮ ਕੀ ਹੁੰਦਾ ਜੀ, ਪਹਿਲਾਂ ਜਿਵੇਂ ਸੈਕਟਰੀਏਟ ਦੀ ਬਿਲਡਿੰਗ ਹੁੰਦੀ, ਸੈਕਟਰੀਏਟ ਬਿਲਡਿੰਗ ਨੂੰ ਥੋੜਾ ਜਿਹਾ ਬਾਹਰ ਲਾ ਦਿਓਗੇ, 34 ਸੈਕਟਰ ਲਾ ਦਿਓਗੇ, ਹੋਰ ਉਹ ਤਾਂ ਹੁਣ ਵੀ ਗੱਲ ਹੋ ਰਹੀ ਨਹੀਂ। ਹੁਣ ਤਾਂ ਸਿਰਫ 2 ਜਗ੍ਹਾ ਹੀ ਦਫ਼ਤਰ ਹੈ ਕਿ ਮਿੰਨੀ ਸੈਕਟਰੀਏਟ ਸੀ। ਇਸ ਤਰ੍ਹਾਂ ਦੀ ਸਾਡੀ ਜਿਹੜੀ ਜੌਬ ਅਸੀਂ ਜਿਹੜੀ ਕੀਤੀ ਹੈ, ਵਧੀਆ ਟਾਈਮ ਸਾਡਾ ਜਿਹੜਾ ਬੀਤਿਆ ਹੈ। ਉਦੋਂ ਵੀ ਅਸੀਂ ਹਾਸਲ ਕੀਤੀਆਂ ਨੇ। ਸੈਕਟਰੀਏਟ ਦੀ ਜਿਹੜੀ ਪੈਰਿਟੀ ਸੀ, ਐਜ ਸੀ, ਉਹ ਹਮੇਸ਼ਾ ਅਬਵ ਰਿਹਾ ਫੀਲਡ ਸਟਾਫ ਨਾਲੋਂ, ਹਮੇਸ਼ਾ ਹੀ। ਈਵਨ ਅਸਿਸਟੈਂਟ ਸਕੇਲ 'ਚ ਵੀ ਡਿਫਰੈਂਸ ਰਿਹਾ ਹੈ, ਦੂਜੇ ਸਕੇਲਾਂ 'ਚ ਵੀ ਰਿਹਾ, ਈਵਨ ਸਪੈਸ਼ਲ ਪੇ ਵੀ ਸਾਨੂੰ ਮਿਲਦੀ ਰਹੀ ਹੈ। ਫੀਲਡ ਵਾਲੇ ਇਹ ਕਹਿੰਦੇ ਵੀ ਸੈਕਟਰੀਏਟ ਵਾਲੇ ਥੋੜਾ ਸਰਕਾਰ ਦੇ ਨੇੜੇ ਹੁੰਦੇ ਆ, ਸਕੱਤਰੇਤ ਅਲਾਉਂਸ ਕਈ ਕੁਝ ਲੈ ਲੈਂਦੇ ਆਪ ਹੀ। ਨੇੜੇ ਨਹੀਂ ਅਸੀਂ ਕਹਿ ਸਕਦੇ। ਸੈਕਟਰੀਏਟ ਵਾਲੇ ਦੇਖੋ, ਇੱਕ ਹੁੰਦਾ ਹੈ ਕਿ ਸਾਨੂੰ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ।
ਸਾਡੀ ਜਿਹੜੀ ਚਿੱਠੀ ਹੈ, ਸਾਡਾ ਜਿਹੜਾ ਲੈਟਰ ਹੈ, ਉਹ ਇਸ਼ੂ ਜਿਹੜਾ ਹੈਗਾ ਅਸੀਂ ਬਣਾ ਕੇ ਕਰਨਾ, ਉਹਨੇ ਇੰਪਲੀਮੈਂਟ ਹੋਣਾ ਪੰਜਾਬ 'ਚ। ਜੇ ਲੈਟਰ ਹੀ ਗਲਤ ਹੋ ਗਿਆ, ਚਿੱਠੀ ਗਲਤ ਹੋ ਗਈ, ਰੂਲ ਹੀ ਗਲਤ ਬਣ ਗਿਆ, ਤੇ ਉਸ ਦੀ ਡਿਫਿਕਲਟੀ ਜਿਹੜੀਆਂ ਨੇ ਉਹ ਬਹੁਤ ਦਿੱਕਤਾਂ ਆਉਂਦੀਆਂ ਨੇ। ਇਸ ਤੋਂ ਸਿਵਾਏ ਹੋਰ ਵੀ ਇੱਕ ਗੱਲ ਹੈਗੀ ਆ, ਜਦ ਪਹਿਲੇ ਦਫ਼ਤਰਾਂ ਦੀ ਵੰਡ ਹੋਈ ਸੀ, ਉਹਦੇ 'ਚ ABC ਜਿਹੜੇ ਸੀਗੇ ਉਹ ਦਫ਼ਤਰਾਂ ਦੀ ਵੰਡ ਕੀਤੀ ਜਾਂਦੀ ਸੀ। ਇਹ ਕਲਾਸ ਆਫਿਸ ਜਿਹੜੇ ਸੀਗੇ ਉਹਦੇ ਵਿੱਚ ਸੈਕਟਰੀਏਟ ਆਉਂਦਾ ਸੀ। ਸੈਕਟਰੀਏਟ ਦੀ ਕੁਆਲੀਫਿਕੇਸ਼ਨ ਅਲੱਗ ਹੁੰਦੀ ਸੀ, ਔਰ ਇੱਥੇ ਦਾ ਸੈਲਰੀ ਜਿਹੜੀ ਹੁੰਦੀ ਸੀ ਉਹ ਬਿਲਕੁਲ ਡਿਫਰੈਂਟ ਹੁੰਦੀ ਸੀਗੀ, ਜ਼ਿਆਦਾ ਸੈਲਰੀ ਹੁੰਦੀ ਸੀ। ਕੁਆਲੀਫਿਕੇਸ਼ਨ ਅਲੱਗ ਹੈ? ਨਹੀਂ, ਹੁਣ ਕੁਆਲੀਫਿਕੇਸ਼ਨ ਬਰਾਬਰ ਕਰਤੀ ਸੀ। ਇਹੀ ਇੱਕ ਚੀਜ਼ ਸੀ, ਜਦੋਂ ਕੁਆਲੀਫਿਕੇਸ਼ਨ ਬਰਾਬਰ ਕਰਤੀ ਫਿਰ ਵੀ ਡਿਫਰੈਂਸ ਰਿਹਾ। ਜਿਹੜਾ A ਕਲਾਸ ਆਫਿਸ ਔਰ B ਕਲਾਸ ਆਫਿਸ, B ਕਲਾਸ 'ਚ ਡਾਇਰੈਕਟੋਰੇਟ ਆਉਂਦੇ ਸੀਗੇ। ਇਸ ਚੀਜ਼ ਨੂੰ ਕੰਪਨਸੇਟ ਕਰਨ ਦੇ ਲਈ ਜਦੋਂ ਪੇ ਸਕੇਲ ਇੱਕ ਹੋ ਗਏ, ਪਰ ਅਸੀਂ ਉੱਪਰਲੇ ਸਕੇਲਾਂ 'ਚ ਬੈਠੇ ਹੋਏ ਸੀਗੇ, ਜ਼ਿਆਦੀ ਤਨਖਾਹ ਤੇ ਸੀ। ਜਦੋਂ ਪੇ ਕਮਿਸ਼ਨ ਚੌਥਾ ਸ਼ਾਇਦ ਆਇਆ ਤੇ ਉਹਦੇ ਵਿੱਚ ਤਨਖਾਹ ਬਰਾਬਰ ਕਰਤੀ, ਤੇ ਸੈਕਟਰੀਏਟ ਦੀ ਉਹ ਵੱਧ ਤਨਖਾਹ ਨੂੰ ਕੰਪਨਸੇਟ ਕਰਨ ਲਈ ਉਸ ਸਮੇਂ ਸੈਕਟਰੀਏਟ ਅਲਾਉਂਸ ਜਿਹੜਾ ਸੀਗਾ ਉਹ ਦਿੱਤਾ ਗਿਆ ਕਿ ਇਹਨਾਂ ਦੀ ਤਨਖਾਹ ਘਟ ਨਾ ਜਾਵੇ। ਉਹ ਪ੍ਰਥਾ ਚੱਲਦੀ ਰਹੀ। ਉਹ ਸੈਕਟਰੀਏਟ ਅਲਾਉਂਸ ਜਿਹੜਾ ਸੀ ਉਹ ਅੱਗੇ ਆ ਕੇ ਜਦੋਂ 2011 ਦੇ ਵਿੱਚ ਉਹ ਸੈਕਟਰੀਏਟ ਪੇ ਬਣ ਗਿਆ, ਅਸੀਂ ਉਹਦੇ ਵਿੱਚ ਇਹ ਰੱਖਿਆ ਵੀ ਸਾਨੂੰ ਜਿਹੜਾ ਸਾਡੀ ਬੇਸਿਕ ਦਾ ਸੈਕਟਰੀਏਟ ਅਲਾਉਂਸ ਦਿੱਤਾ ਜਾਵੇ, ਲੇਕਿਨ ਉਹਨਾਂ ਨੇ ਉਹ ਨਹੀਂ ਦਿੱਤਾ। ਉਹਨਾਂ ਨੇ ਉਹਦੇ ਵਿੱਚ ਉਸ ਸਮੇਂ ਸੈਕਟਰੀਏਟ ਪੇ, ਉਸ ਸਮੇਂ 4 ਲੈਟਰਾਂ ਇਸ਼ੂ ਹੋਈਆਂ ਸੀ, ਕਿਉਂਕਿ ਹੜਤਾਲ ਚੱਲ ਰਹੀ ਸੀਗੀ, ਬੁਰੇ ਹਾਲ ਸੀਗੇ, ਥੱਲੇ ਵੀ ਸੀਗੇ ਵੀ ਇਹ ਨਹੀਂ, ਇਹ ਦੋ, ਇਹ ਨਹੀਂ। ਜਦੋਂ ਕੈਬਨਿਟ ਸਬ ਕਮੇਟੀ ਸਥਾਪਨਾ 4 ਲੈਟਰ ਹੋਏ, ਚੌਥੀ ਲੈਟਰ ਦੇ ਵਿੱਚ ਉਹਨਾਂ ਨੇ ਬੜੀ ਸਾਡੀ ਸੰਘਰਸ਼ ਦੇ ਅੱਗੇ ਝੁਕਦੇ ਹੋਏ ਸਾਨੂੰ ਜਿਹੜਾ ਸੀਗਾ ਇਹ ਸੈਕਟਰੀਏਟ, ਉਸ ਸਮੇਂ ਕੋਈ ਵੀ ਫੀਲਡ ਦੀ ਜਥੇਬੰਦੀ ਦੇ ਨਾਲ ਅਸੀਂ ਅਟੈਚ ਨਹੀਂ ਸੀਗੇ। ਹੁਣ ਇਹ ਬਲੇਮ ਲੱਗਦਾ ਕਿਉਂਕਿ ਅਸੀਂ ਅਟੈਚ ਹੋ ਗਏ, ਤੇ ਉਦੋਂ ਜਦੋਂ ਮੈਂ ਅਟੈਚ ਹੋਣ ਜਾ ਰਿਹਾ ਸੀ, ਮੈਂ ਪ੍ਰਧਾਨ ਬਣਿਆ ਸੈਕਟਰੀਏਟ ਦਾ, ਤਾਂ ਮੈਨੂੰ ਸ਼ਾਮ ਲਾਲ ਜੀ ਨੇ ਵੀ ਕਿਹਾ ਸੀ ਤੇ ਹੋਰ ਲੀਡਰਸ਼ਿਪ ਨੇ, ਤੂੰ ਗਲਤੀ ਕਰ ਰਿਹਾ ਕਿ ਸੈਕਟਰੀਏਟ ਫੀਲਡ ਦੇ ਵਿੱਚ ਨਹੀਂ ਜਗਿਆ, ਫੀਲਡ ਤੋਂ ਦੂਰ ਰਿਹਾ, ਤੇ ਤੁਸੀਂ ਫੀਲਡ ਤੋਂ ਨਹੀਂ ਤਾਂ ਤੁਹਾਨੂੰ ਕੰਪਲਿਕੇਸ਼ਨ ਬਹੁਤ ਆਣਗੀਆਂ। ਔਰ ਇਹੀ ਕੰਪਲਿਕੇਸ਼ਨ ਦੀ ਫਸਟ ਕੰਪਲਿਕੇਸ਼ਨ ਇਹ ਆ ਗਈ ਕਿ ਤੁਸੀਂ ਸੈਕਟਰੀਏਟ ਅਲਾਉਂਸ ਲੈ ਲਿਆ ਪਿਆ, ਉਹ ਤਾਂ ਉਹਨੂੰ ਤਾਂ ਮਿਲ ਰਿਹਾ, ਚੌਥੇ ਪੇ ਕਮਿਸ਼ਨ ਤੋਂ ਮਿਲ ਰਿਹਾ। ਹਾਂ, ਜੇ ਬਾਕੀ ਚੀਜ਼ਾਂ 'ਚ ਵਾਧਾ ਹੋਇਆ, ਇਹਦੇ 'ਚ ਵੀ ਟਾਈਮ ਟੂ ਟਾਈਮ ਵਾਧਾ ਹੋ ਰਿਹਾ, ਕੋਈ ਐਕਸਟਰਾ ਦੀ ਚੀਜ਼, ਇੱਕ ਚੀਜ਼ ਨੂੰ ਲੈ ਕੇ ਹੀ ਸੈਕਟਰੀਏਟ ਨੂੰ ਭੰਡਿਆ ਗਿਆ, ਸਿਰਫ ਇਸ ਕਰਕੇ ਕਿ ਉਸ ਸਮੇਂ ਅਸੀਂ ਫੀਲਡ ਦੇ ਵਿੱਚ ਚਲ ਗਏ, ਉਹਨਾਂ ਨਾਲ ਮੋਢਾ ਲਾ ਕੇ ਲੜਾਈ ਕੀਤੀ। ਸੋ ਇਹ ਦੱਸਣਾ ਅੱਜ ਬਹੁਤ ਜ਼ਰੂਰੀ ਆ ਕਿ ਇਹ ਚੀਜ਼ ਕੀ ਸੀ। ਇਸ ਤੋਂ ਸਿਵਾਏ ਸਾਨੂੰ ਐਕਸਟਰਾ ਕੁਝ ਵੀ ਨਹੀਂ ਮਿਲਦਾ, ਉਹੀ ਸਭ ਕੁਝ ਮਿਲਦਾ। ਇਹ ਚੀਜ਼ ਨੂੰ ਅਸੀਂ 2004 ਤੋਂ ਬਰਕਰਾਰ ਰੱਖਿਆ ਔਰ ਬਰਕਰਾਰ ਰੱਖਾਂਗੇ। ਸ਼ਰਮਾ ਜੀ, ਪੁਰਾਣੇ ਲੀਡਰ ਮੈਨੂੰ ਯਾਦ ਆ ਰਹੇ, ਸ਼ਾਮ ਲਾਲ ਸ਼ਰਮਾ ਜੀ, ਰਣਬੀਰ ਢਿੱਲੋਂ, ਸੱਜਣ ਸਿੰਘ ਮਰਹੂਮ ਹੋ ਗਏ ਤੇ ਡੈਥ ਹੋ ਗਈ, ਖੁਸ਼ਹਾਲ ਸਿੰਘ ਨਾਗਾ, ਮੂਲ ਚੰਦ ਜੀ, ਮੋਹਨ ਸਿੰਘ ਜੀ ਵੀ ਸਵਰਗਵਾਸ ਹੋ ਗਏ ਨੇ। ਇਸੇ ਤਰ੍ਹਾਂ ਹੋਰ ਕਈ, ਇੱਕ ਹੁਣੇ ਤੁਹਾਡੇ ਜਿਹੜੇ ਪ੍ਰਧਾਨ ਨੇ ਅਫੀਸਰ, ਰਿਟਾਇਰਡ ਅਫੀਸਰ ਐਸੋਸੀਏਸ਼ਨ ਦੇ, ਤੁਹਾਡੀ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਕਮਲਜੀਤ ਕੌਰ ਭਾਟੀਆ, ਉਹਨਾਂ ਦੀ ਸਾਨੂੰ ਬੜਾ ਸੈਟਬੈਕ ਪਹੁੰਚਿਆ, ਉਹਨੀ ਡੈਥ ਹੋ ਗਈ। ਜਦੋਂ ਤੁਸੀਂ ਇਹ ਸਾਰੇ ਲੀਡਰਾਂ ਦੀ ਕਾਰਗੁਜ਼ਾਰੀ ਦੇਖਦੇ ਜੇ, ਤੇ ਦੂਸਰੇ ਪਾਸੇ ਸੁਖਚੈਨ ਖਹਿਰਾ ਜੀ ਦੇਖਦੇ ਜੇ, ਜਾਂ ਦੂਸਰੇ ਪਾਸੇ ਜਸਪ੍ਰੀਤ ਰੰਧਾਵਾ ਜਿਹੜੇ ਨਵੇਂ ਪ੍ਰਧਾਨ ਦੇਖਦੇ ਜੇ, ਫਰਕ ਕੀ ਲੱਗਦਾ? ਦੋਸਤੋ, ਜਦੋਂ ਮੈਂ ਆਪਣੇ ਸਾਥੀਆਂ ਨੂੰ ਦੇਖਦਾ ਜਿਹੜੇ ਕਿ ਹੁਣ ਯੂਨੀਅਨ ਚਲਾ ਰਹੇ ਨੇ, ਮੈਨੂੰ ਬਹੁਤ ਹੈਪੀਨੈਸ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਮੈਨੂੰ ਇਹ ਹੁੰਦੀ ਹੈ ਕਿ ਜਿਵੇਂ ਮੈਂ ਕਰਿਆ ਕਰਦਾ ਸੀ ਐਜੀਟੇਸ਼ਨ, ਨਿਡਰ ਹੋ ਕੇ, ਇੱਕ ਡਰ ਨਹੀਂ ਹੁੰਦਾ ਸੀ ਮਨ ਦੇ ਵਿੱਚ, ਆਈਐਸ ਅਫਸਰਾਂ ਦੇ ਕਮਰੇ ਦੇ ਅੱਗੇ ਵੀ ਨਾਰੇ ਮਾਰੇ, ਮੰਤਰੀਆਂ ਦੇ ਵੀ ਮਾਰੇ, ਤੁਹਾਨੂੰ ਬੜਾ ਗਰਜਦਿਆਂ ਦੇਖਿਆ, ਮੈਨੂੰ ਇਹ ਹੁੰਦਾ ਸੀ, ਨਾਰੇ ਲਾਉਂਦੇ ਹੈ ਨਾ, ਤੇ ਐਦਾਂ ਹੋ ਜਾਂਦੇ ਸੀ। ਤੇ ਮੇਰੇ ਦਿਮਾਗ 'ਚ ਇੱਕ ਗੱਲ ਸੀ ਵੀ ਜੇ ਸਰਕਾਰ ਮੇਰੇ ਖਿਲਾਫ ਐਕਸ਼ਨ ਲਏਗੀ ਤਾਂ ਮੈਂ ਸਾਰੇ ਪੰਜਾਬ ਦਾ ਲੀਡਰ ਬਣ ਜਾਵਾਂਗਾ ਔਰ ਮੇਰੀ ਮੂਵਮੈਂਟ ਹੋਰ ਫੈਲੇਗੀ। ਜੇ ਨਹੀਂ ਐਕਸ਼ਨ ਲੈਂਦੀ ਤੇ ਸੈਕਟਰੀਏਟ ਦਾ ਮਾਲਕ ਤਾਂ ਮੈਂ ਹੀ ਹੈ, ਤੇ ਮੈਂ ਸੈਕਟਰੀਏਟ 'ਚ ਇੰਝ ਹੀ ਗਰਜਦੇ ਰਹਿਣਾ। ਅਰ ਇੱਕ ਐਸੀ ਪੋਜੀਸ਼ਨ ਜਿਹੜੀ ਹੋ ਗਈ ਸੀ, ਹੁਣੇ ਪੋਜੀਸ਼ਨ ਹੋਈ ਖਹਿਰਾ ਸਾਹਿਬ ਨੇ ਲੈ ਕੇ ਆਂਦੀ ਹੈ। ਥੋੜਾ ਜਿਹਾ ਮੈਂ ਜਿਵੇਂ ਉਹਨੂੰ ਦੱਸਿਆ, ਮੈਂ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਅਸੀਂ ਫੀਲਡ ਦੇ ਨਾਲ ਜੁੜਾਂਗੇ ਤਾਂ ਉੱਥੇ ਡਿਫਿਕਲਟੀ ਆਏਗੀ, ਕਿਉਂਕਿ ਸਾਡਾ ਉਹਨਾਂ ਨਾਲ ਕਈ ਚੀਜ਼ਾਂ 'ਚ ਅਲੱਗ ਹੈ, ਸਾਡਾ ਐਜ ਅਬਵ ਹੈ। ਤੇ ਈਵਨ ਕਈ ਵਾਰੀ ਪਿੱਛੇ ਜਿਹੜੀ ਸਾਡੇ ਮੇਰੇ ਟਾਈਮ ਜਦੋਂ ਆਉਂਦੀ ਸੀ, ਉਹ ਇਹ ਹੁੰਦਾ ਵੀ ਸੀ ਕਿ ਸੈਕਟਰੀਏਟ ਦੇ ਨਾਲ ਪੈਰਿਟੀ ਦਿਓ, ਇਹਨਾਂ ਦੀ ਪੈਰਿਟੀ ਖਤਮ ਕਰੋ। ਉੱਥੇ ਤੁਹਾਡਾ ਵਿਰੋਧ ਖੜਾ ਹੋ ਜਾਂਦਾ, ਉਹਦਾ ਵਿਰੋਧ ਹੁੰਦਾ ਸੀ, ਤੇ ਇਸੇ ਕਰਕੇ ਮੈਂ ਇੰਡੀਪੈਂਡੈਂਟ ਰਹਿੰਦਾ ਸੀ ਕਿ ਸਾਡਾ ਤਾਂ ਵੀ ਠੀਕ ਹੈ, ਸਾਡਾ ਤਾਂ ਇਹ ਹੈ। ਇੱਕ ਹੋਰ ਜਿਹੜਾ ਸੀ ਕਿ ਹੁਣ ਵੀ ਉਸੇ ਤਰ੍ਹਾਂ ਖਹਿਰਾ ਸਾਹਿਬ ਉਹਨਾਂ ਲਾਈਨਾਂ ਚੱਲ ਰਹੇ ਨੇ, ਔਰ ਸੈਕਟਰੀਏਟ ਨੂੰ ਇਹਨਾਂ ਕਾਫੀ ਕੁਝ ਦਵਾਇਆ ਹੈ। ਔਰ ਜਦੋਂ ਵੀ ਈਵਨ ਕੋਈ ਗੱਲ ਸਿਰੇ ਬਾਅਦ ਚੜ੍ਹਦੀ ਹੈ, ਉਹ ਈਵਨ ਸੈਕਟਰੀਏਟ ਦੀ ਵਰਕਿੰਗ ਦਾ ਤਰਲੋਚਨ ਜੀ ਬੜਾ ਫਰਕ ਹੈ। ਸੈਕਟਰੀਏਟ ਦੇ ਵੀ ਦਲੇਰੀ ਦੇ ਰੀਜ਼ਨ ਨੇ। ਸਾਨੂੰ ਫੀਲਡ ਦੀ ਤਰ੍ਹਾਂ ਪੋਲੀਟੀਕਲ ਲੋਕਾਂ ਨੂੰ ਗॉड ਫਾਦਰ ਨਹੀਂ ਬਣਾਉਣਾ ਪੈਂਦਾ। ਅਸੀਂ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਅਲਾਈਡ ਨਹੀਂ ਹੁੰਦੇ, ਕਦੇ ਨਹੀਂ ਹੋਇਆ, ਨੈਵਰ। ਮੈਨੂੰ ਜੋਰ ਲਾ ਲਿਆ, ਸੈਕਟਰੀਏਟ ਦਾ ਕੋਈ ਲੀਡਰ ਨਹੀਂ ਹੋਇਆ, ਮੈਂ ਕਦੇ ਨਹੀਂ ਹੋਇਆ ਜੀ। ਮੈਂ ਸਾਰਿਆਂ ਨਾਲ ਕੰਮ ਕੀਤਾ ਹੈ। ਕਿਉਂਕਿ ਹੁਣ ਸ਼ਰਮਾ ਤੁਸੀਂ ਵੀ ਜਾਣਦੇ ਜੇ, ਖਹਿਰਾ ਸਾਹਿਬ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਓਪਨ ਸੀਕ੍ਰੇਟ ਹੈ
ਇਹ CPI ਦਾ ਵਿੰਗ ਹੈ, CPM ਦਾ ਵਿੰਗ ਹੈ, ਇਹ ਕਾਂਗਰਸ ਦਾ ਵਿੰਗ ਹੈ, ਅਕਾਲੀ ਦਲ ਦਾ ਵਿੰਗ ਹੈ, ਸਾਰਿਆਂ ਨੇ ਵਿੰਗ ਬਣਾਈ। ਸ਼ਾਇਦ ਆਮ ਆਦਮੀ ਪਾਰਟੀ ਨੇ ਵੀ ਆਪਣਾ ਵਿੰਗ ਬਣਾ ਲਿਆ। ਇਹ ਉਦੋਂ ਵਿੰਗ ਨਹੀਂ ਸੀ? ਨਹੀਂ, ਅਸੀਂ ਬਿਲਕੁਲ ਨਹੀਂ, ਅਸੀਂ ਪਿਓਰਲੀ ਮੁਲਾਜ਼ਮਾਂ ਦੀ ਜਥੇਬੰਦੀ ਸੀ। ਮੁਲਾਜ਼ਮਾਂ ਦੇ ਵਾਸਤੇ ਅਸੀਂ ਕੰਮ ਕਰਦੇ ਸੀ, ਕਿਉਂਕਿ ਸਾਨੂੰ ਪੋਲੀਟੀਕਲੀ ਲੋੜ ਹੀ ਨਹੀਂ ਪੈਂਦੀ ਸੀ। ਅੱਛਾ, ਨਾ ਹੀ ਸੈਕਟਰੀਏਟ ਸਟਾਫ ਨੂੰ ਉਹ ਪੋਲੀਟੀਕਲੀ ਤੌਰ ਤੇ ਗਿਣ ਸਕਦੇ ਸੀ। ਅਸੀਂ ਕਿਹੜਾ ਨੂੰ ਕੋਈ ਵੋਟ ਪਾਣੀ, ਚੰਡੀਗੜ੍ਹ ਉਹ ਜਿਹੜਾ ਹੈਗਾ ਇੱਕ MP ਦੀ ਸੀਟ ਹੈ, ਨਾ ਕੋਈ MLA ਜਿਤਾਣਾ ਸੀ, ਨਾ ਕੋਈ ਕੁਝ ਕਰਨਾ, ਤੇ ਕੋਈ ਇਸ ਕਰਕੇ ਸਾਨੂੰ ਸੈਕਟਰੀਏਟ ਸਟਾਫ ਨੂੰ ਇਹ ਲੋੜ ਨਹੀਂ ਪਈ ਹੈਗੀ। ਅਸੀਂ ਮੈਰਿਟ ਦੇ ਮੁਤਾਬਕ ਆਪਣਾ ਕੰਮ ਕਰਦੇ ਸੀ। ਇੱਕ ਗੱਲ ਹੋਰ ਆ ਜੀ, ਕਦੀ ਵੀ ਸੈਕਟਰੀਏਟ ਐਸੋਸੀਏਸ਼ਨ ਇਤਿਹਾਸ ਦੇ ਵਿੱਚ ਜਦੋਂ ਤੋਂ ਮੈਨੂੰ ਲੱਗਦਾ 71-72 ਤੋਂ ਬਣੀ ਆ, ਕਦੇ ਵੀ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਰਲੀ। ਹਾਂ, ਇਹਦੇ ਵਿੱਚ ਹੋ ਸਕਦਾ ਪਰਸਨਲੀ ਕੋਈ ਇੱਕ ਦੋ ਲੀਡਰ ਇਹੋ ਜਿਹੇ ਹੋਣਗੇ ਜਿਨ੍ਹਾਂ ਦਾ ਝੁਕਾਅ ਕਿਸੇ ਪਾਰਟੀ ਵੱਲ, ਪਰ ਐਜ ਐਸੋਸੀਏਸ਼ਨ ਸਾਰਿਆਂ ਦਾ ਹੀ ਹੁੰਦਾ ਕਿਤੇ। ਹਾਂ, ਉਹ ਹੋ ਸਕਦਾ, ਔਰ ਉਹਨਾਂ 'ਚ ਵਰਕ ਵੀ ਕਰ ਰਹੇ ਨੇ, ਹੁਣ ਵੀ ਕਰ ਰਹੇ ਨੇ, ਰਿਟਾਇਰ ਹੋ ਕੇ ਵੀ ਕਰ ਰਹੇ ਨੇ। ਸੋ ਉਹ ਅਸੀਂ objection ਨਹੀਂ ਕਰ ਸਕਦੇ, ਪਰਸਨਲੀ ਜੋ ਮਰਜ਼ੀ ਕਰੇ, ਪਰ ਐਜ ਐਸੋਸੀਏਸ਼ਨ ਕੋਈ ਕਦੀ ਵੀ ਸੈਕਟਰੀ ਆਮ ਇਹ ਗੱਲ ਖਹਿਰਾ ਸਾਹਿਬ ਕਹੀ ਜਾਂਦੀ ਹੈ। ਤੁਸੀਂ ਤੇ ਇਸ ਮਾਮਲੇ 'ਚ ਖੈਰ ਸ਼ਰਮਾ ਜੀ ਤੋਂ ਬਹੁਤ ਅੱਗੇ ਨਿਕਲੇ ਯੂਨਿਟੀ ਦੇ ਮਾਮਲੇ 'ਚ। ਉਹ ਠੀਕ ਹੈ, ਇਹਨਾਂ ਦੇ ਟਾਈਮ ਵੀ ਸੀ, ਮੈਂ ਗਵਾਹ ਰਿਹਾ ਕਈ ਵਾਰੀ ਵੀ ਉਦੋਂ ਇਹਨਾਂ ਦਾ ਝਗੜਾ ਵੀ ਹੁੰਦਾ ਫੀਲਡ ਵਾਲਿਆਂ ਨਾਲ, ਉਹ ਪੈਰਟੀ ਕਰਕੇ ਝਗੜਾ ਹੋ ਜਾਂਦਾ ਸੀ। ਤੁਸੀਂ ਬਹੁਤ ਵੱਡੀ ਯੂਨਿਟੀ ਕਾਇਮ ਕੀਤੀ ਫੀਲਡ ਵਾਲਿਆਂ ਦੀ। ਕਿਤੇ ਇਹ ਗੱਲ ਤੇ ਮਿੱਥ ਹੈ ਹੀ ਹੈ ਨਾ, ਜਿਵੇਂ ਹੁਣ ਮਨਿਸਟਰੀਅਲ ਸਰਵਿਸ ਯੂਨੀਅਨ ਨੇ 9 ਅਕਤੂਬਰ ਤੋਂ ਹੜਤਾਲ ਕੀਤੀ, ਕਈ ਦਿਨ ਚੱਲੀ, ਈਵਨ ਕਿਸੇ ਨੇ ਫਿਟੇ ਮੂੰਹ ਨਹੀਂ ਕਿਹਾ ਵੀ ਆਓ ਸਾਡੇ ਨਾਲ ਮੀਟਿੰਗ ਕਰ ਲਓ। ਤੁਸੀਂ 12-13 ਦਿਨ ਇਦਾਂ ਚੱਲੀ ਗਈ, ਜਿੰਨਾ 'ਚ ਸਕੱਤਰੇਤ 'ਚ ਨਾਰੇ ਨਹੀਂ ਵੱਜਦੇ, ਸਰਕਾਰ ਦੀ ਅੱਖ ਨਹੀਂ ਖੁੱਲਦੀ। ਨਹੀਂ ਜੀ, ਗੱਲ ਜਿਹੜੀ ਹੈ PSMU ਨਾਲ ਮੀਟਿੰਗ ਤੇ ਚੱਲੀ ਸੀਗੀ, ਮੇਰੇ ਨਾਲ ਵੀ ਗੱਲ ਹੋਈ ਹੈ, ਮੈਂ ਵੀ ਕੀਤੀ ਸੀ ਗੱਲ, ਮੈਸੇਜ ਪਹੁੰਚਾ ਵੀ ਦਿੱਤਾ, ਪਰ ਗੱਲ ਇਹ ਹੋ ਰਹੀ ਸੀਗੀ ਵੀ ਅਸੀਂ ਲੈਟਰ ਇਸ਼ੂ ਨਹੀਂ ਕਰਨਾ। PSMU ਦੇ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਸੀ ਵੀ ਲੈਟਰ ਇਸ਼ੂ ਕਰ ਦਿਓ ਤੇ ਅਸੀਂ ਆ ਜਾਂਦੇ ਹਾਂ। ਸਾਡੀ ਮੀਟਿੰਗ ਨੂੰ ਕਿਹਾ ਸੀ ਲੈਟਰ ਇਸ਼ੂ ਕਰੋ ਮੀਟਿੰਗ ਲਈ। ਹਾਂ, ਅਸੀਂ ਐਵੇਂ ਨਹੀਂ ਬੰਦਾ ਸੀ, ਜ਼ਬਾਨੀ ਥੋੜਾ ਗੱਲਾਂ, ਜ਼ਬਾਨੀ ਸੀ। ਉਹਨਾਂ ਨੇ ਜ਼ਬਾਨੀ ਕਿਹਾ ਸੀ ਵੀ ਆ ਜਾਓ, ਵੀ ਅਸੀਂ ਉਹਨਾਂ ਨਾਲ ਮੀਟਿੰਗ ਕਰਨ ਨੂੰ ਤਿਆਰ ਹਾਂ। ਤੇ ਸਾਡੇ ਨਾਲ ਮੀਟਿੰਗ ਹੋਈ ਵੀ ਸੀ, ਮਤਲਬ ਕਿ ਉਹਨਾਂ ਨੇ ਸਾਨੂੰ ਲੈਟਰ, ਉਹ ਕਹਿੰਦੇ ਜੇ ਲੈਟਰ ਇਸ਼ੂ ਕਰਾਂਗੇ ਬਾਕੀ ਜਥੇਬੰਦੀਆਂ ਨਾਲ ਤੇ ਸਾਡੇ ਤੇ ਪ੍ਰੈਸ਼ਰ ਵੱਧ ਜਾਂਦਾ, ਇਸ ਕਰਕੇ ਅਸੀਂ ਲੈਟਰ ਨਹੀਂ ਇਸ਼ੂ ਕਰਨਾ। ਖੈਰ, ਉਹ ਇੱਕ ਅਲੱਗ ਗੱਲ ਆ। ਜਿੱਥੇ ਤੱਕ ਯੂਨਿਟੀ ਦੀ ਗੱਲ ਕੀਤੀ ਆ, 16/8/2020 ਜਿਹੜੀ ਆ ਆਪਣੀ ਕਹਿੰਦੇ 18 ਨੂੰ ਜਿਹੜੀ ਸੀਗੀ 6/8 ਸੀ ਸ਼ਾਇਦ, ਉਦੋਂ ਅਸੀਂ ਇਰੀਗੇਸ਼ਨ ਦੇ ਵਿੱਚ ਸੈਕਟਰ 18 ਦੇ ਵਿੱਚ ਮੀਟਿੰਗ ਕੀਤੀ ਸੀ। ਉਹਦੇ ਵਿੱਚ 18 ਜਥੇਬੰਦੀਆਂ ਆਈਆਂ ਸੀਗੀਆਂ, ਜਿੱਥੇ ਸਾਂਝਾ ਮੁਲਾਜ਼ਮ ਮੰਚ ਦਾ ਇੱਕ ਜਿਹੜਾ ਗਠਨ ਕੀਤਾ ਗਿਆ ਸੀ। ਏਕੇ ਦੀ ਜਿਹੜੀ ਗੱਲ ਕੀਤੀ ਗਈ, ਸਕੱਤਰ ਤੋਂ ਲੈ ਕੇ ਪੰਜਾਬ ਦੀਆਂ ਸਾਰੀਆਂ, ਹਾਂ, ਸਾਰੀਆਂ ਜਥੇਬੰਦੀਆਂ 18 ਜਥੇਬੰਦੀਆਂ ਸੀ। ਉਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡਾ ਜਿਹੜਾ ਸੀਗਾ ਮਾਰਚ ਕੀਤਾ ਸੀ, ਉਹਦਾ ਨਾਂ ਰੱਖਿਆ ਸੀ ਮੁਲਾਜ਼ਮ ਚੇਤਨਾ ਮਾਰਚ। ਆ ਅਸੀਂ ਪੋਸਟਰ ਵੀ ਜਾਰੀ ਕੀਤੇ ਸੀਗੇ, ਪੂਰੇ ਡਾਇਰੈਕਟੋਰੇਟਾਂ ਦੇ ਵਿੱਚ ਜਾ ਕੇ ਵੰਡੇ ਸੀਗੇ। ਤੇ ਉਹ ਜਿਹੜਾ ਸੀਗਾ ਸਾਡਾ ਮਾਰਚ, ਉਹ 2 ਕਿਲੋਮੀਟਰ ਲੰਬਾ ਸੀ। ਜਦੋਂ ਸੈਕਟਰੀਏਟ ਤੋਂ ਸ਼ੁਰੂ ਹੋ ਕੇ ਆਇਆ ਸੀਗਾ ਤੇ 3 ਗੱਡੀਆਂ ਦੇ ਉੱਤੇ ਅਸੀਂ ਸਾਊਂਡ ਸਿਸਟਮ, ਚੰਡੀਗੜ੍ਹ ਦਾ ਪਹਿਲਾ ਮਾਰਚ, ਕਿਉਂਕਿ ਚੰਡੀਗੜ੍ਹ ਦੇ ਵਿੱਚ ਮਾਰਚ ਨਹੀਂ ਸੀ ਨਿਕਲਦੇ, ਨਾ ਹੀ ਅਲਾਓ ਆ, ਅਸੀਂ ਧੱਕੇ ਨਾਲ ਉਹ ਕੱਢਿਆ ਸੀ ਵੀ ਦੇਖੀ ਜਾਊਗੀ ਕੀ ਹੁੰਦੇ ਆ। ਜਦੋਂ ਸੈਕਟਰੀਏਟ ਤੋਂ ਨਿਕਲਿਆ, ਮਿੰਨੀ ਦੇ ਵਿੱਚ ਆ ਕੇ ਇੱਕ ਗੱਡੀ ਫਰੰਟ ਤੇ ਇੱਕ ਬੈਕ ਤੇ ਜਾ ਕੇ ਅਸੀਂ ਮਾਈਕ ਬਿਲਡਿੰਗ ਵੱਲ ਕਰਕੇ ਰੌਲਾ ਪਾਤਾ ਵੀ ਨੀਚੇ ਆਓ। ਸਾਰਾ ਬਿਲਡਿੰਗ ਖਾਲੀ ਕਰਾਈ, ਮੋਟਰਸਾਈਕਲ ਔਰ ਜਿਹੜਾ ਗੱਡੀਆਂ ਦਾ ਕਾਫਲਾ 18 ਸੈਕਟਰ ਕੇ ਉੱਥੋਂ ਹੁੰਦਾ 33 ਤੋਂ 34 ਤੋਂ ਹੁੰਦੇ, ਫਿਰ 17 'ਚ ਖਤਮ ਹੋਇਆ ਸੀ। ਔਰ ਗੱਲ ਕਿਸੇ ਦੀ, ਉਹਦੇ ਵਿੱਚ ਸਾਰੇ ਹੀ ਮੁਲਾਜ਼ਮਾਂ ਨੇ ਇੱਕ ਉਹਦਾ ਗਠਨ ਕੀਤਾ ਕਮੇਟੀ ਦਾ, ਜਿਹਦੇ ਵਿੱਚ ਟ੍ਰੈਫਿਕ ਪੁਲਿਸ ਵਾਲੀ ਵਰਦੀ ਪਾ ਕੇ, ਜੈਕਟਾਂ ਪਾ ਕੇ, ਜਿੱਧਰ ਨੂੰ ਅਸੀਂ ਸਾਡਾ ਰੂਟ ਜਾ ਰਿਹਾ ਉਸ ਤੋਂ ਪਹਿਲੇ ਸਾਡੀ ਟੀਮ ਪਹੁੰਚਦੀ ਸੀ। ਉਹ ਟ੍ਰੈਫਿਕ ਨੂੰ ਕੰਟਰੋਲ ਕਰਦੀ ਸੀਗੀ ਕਿ ਕਿਸੇ ਨੂੰ ਜਿਹੜਾ ਇਹਦੇ ਪਿੱਛੇ ਇਹਦੇ ਨਾਲ ਕੋਈ ਮਤਲਬ ਦੁਖੀ ਨਾ ਹੋਵੇ, ਤੰਗ ਨਾ ਹੋਵੇ। ਟ੍ਰੈਫਿਕ ਨਵੀਂ ਪਿਰਤ ਪਾਈ। ਔਰ ਉੱਥੋਂ ਇੱਕ ਇਹੋ ਜਿਹਾ ਦੌਰ ਚੱਲਿਆ ਕਿ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਡੀਆਂ ਰੈਲੀਆਂ ਹੋਣ ਲੱਗ ਗਈਆਂ। ਉਸ ਤੋਂ ਬਾਅਦ ਅਸੀਂ ਮੋਹਾਲੀ ਵੱਲ ਗਏ, ਤੇ ਫਿਰ ਅਸੀਂ ਮੈਂ ਤੇ ਜਦੋਂ ਪੰਜਾਬ 'ਚ ਵੜਨਾ ਸ਼ੁਰੂ ਕੀਤਾ, ਉਦੋਂ ਤੱਕ ਮੇਰੇ ਨਾਲ ਮਨਦੀਪ ਸਿੰਘ ਜੁੜ ਚੁੱਕਿਆ ਸੀਗਾ। ਮੈਂ ਤੇ ਮਨਦੀਪ ਨੇ, ਮੈਨੂੰ ਲੱਗਦਾ ਵੀ ਜਿੰਨੀਆਂ ਡਿਸਟ੍ਰਿਕਟ ਹੈਗੀਆਂ 10-10 ਵਾਰ ਚੱਕਰ ਮਾਰੇ, ਔਰ ਇੱਕ ਵੀ ਫੰਡ ਕਿਸੇ ਕੋਲ ਨਹੀਂ ਲਿਆ। ਪੱਲਿਓ ਪੈਸੇ ਅਸੀਂ ਖਰਚੇ, ਔਰ ਇੱਕ ਮੋਟੇ ਜਿਹੇ ਅੰਦਾਜ਼ੇ ਨਾਲ 4 ਤੋਂ 5 ਲੱਖ ਪਰ ਹੈੱਡ ਸਾਡਾ ਖਰਚਾ ਆ ਚੁੱਕਿਆ 2018 ਤੋਂ ਲੈ ਕੇ ਹੁਣ ਤੱਕ, ਜਿਹੜਾ ਅਸੀਂ ਇਹ ਲੜਾਈ ਲੜੀ ਆ। ਤੇ ਉਹ ਇੱਕ ਸਾਂਝਾ ਮੁਲਾਜ਼ਮਾਂ 'ਚ ਫਿਰ ਉਸ ਤੋਂ ਬਾਅਦ ਮਰਹੂਮ ਸੱਜਣ ਸਿੰਘ ਜੀ ਨੇ ਸਾਡੇ ਨਾਲ ਬੜੀ ਹੀ ਮੀਟਿੰਗਾਂ ਕੀਤੀ। ਉਹ ਜਦੋਂ ਵੀ ਆਉਂਦੇ ਉਹ ਕਹਿੰਦੇ, ਖੈਰੇ ਯਾਰ ਹੋਰ ਅੱਗੇ ਲੈ ਕੇ ਚੱਲੋ, ਤੁਸੀਂ ਹੋਰ ਵੱਡਾ ਇਹਨੂੰ ਕਰੋ, ਆਪਾਂ ਇਕੱਠੇ ਹੋਈਏ, ਆਪਾਂ ਇਹਨੂੰ ਹੋਰ ਅੱਗੇ ਲੈ ਕੇ ਚੱਲੀਏ ਇੱਕ ਤੁਹਾਨੂੰ। ਸੋ ਮੈਂ 6 ਮਹੀਨੇ ਮੀਟਿੰਗਾਂ ਕਰਦੇ ਰਿਹਾ, ਤੇ ਜਿਹਦੇ ਨਾਲ ਗੱਲ ਕਰਦੇ ਹੋ ਕਹਿੰਦੇ ਨਹੀਂ ਜੀ ਅਸੀਂ
ਜੋ ਇੱਕ ਆਮ ਪਿਰਤ ਸੀਗੀ, ਇੱਕ ਕਮਿਊਨਿਸਟ ਜਿਹੜੇ ਸੀ ਉਹ ਅਲੱਗ ਸੀ, ਦੂਜੇ ਅਲੱਗ ਸੀ। ਉਹ ਕਹਿੰਦੇ ਅਸੀਂ ਲਾਲ ਝੰਡੇ ਨਾਲ ਨਹੀਂ ਜਾਣਾ। ਸੋ ਮਿੰਤਾ ਤਰਲੇ ਕਰਕੇ ਸਾਰਿਆਂ ਨੂੰ ਮਿਲਾਇਆ, ਇਕੱਠੇ ਕਰਤੇ ਫਿਰ, ਤੇ ਉਦੋਂ ਵਜੂਦ ਆਇਆ ਸਾਂਝਾ ਫਰੰਟ ਮੰਚ ਤੋਂ ਬਾਅਦ। ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਪਟਿਆਲੇ ਰੈਲੀ ਕੀਤੀ ਸੀਗੀ, ਤੇ ਉਹਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ, ਲੱਖ ਤੋਂ ਉੱਤੇ ਦਾ ਟਾਰਗੇਟ ਲੈ ਕੇ ਚੱਲੇ ਸੀ। ਤੇ ਮੈਂ ਇਹ ਕਿਹਾ ਸੀ ਵੀ ਲੱਖ ਦਾ ਇਕੱਠ ਕਰਨਾ, ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਲੱਖ ਇਕੱਠ ਕੀਤਾ। ਉਸ ਤੋਂ ਬਾਅਦ ਇਹ ਸੀਗਾ ਵੀ ਅਸੀਂ 5 ਲੱਖ ਦਾ ਇਕੱਠ ਕਰਾਂਗੇ, ਕਿਉਂਕਿ ਸਾਡੇ ਜਿਹੜੇ ਮੁਲਾਜ਼ਮ ਸਾਰੇ ਅਸੀਂ 7.5-8 ਲੱਖ, ਆਪਾਂ 5 ਲੱਖ ਨੂੰ ਵੀ ਇਕੱਠੇ ਹੋਏ। ਲੇਕਿਨ ਕਿਸੇ ਕਾਰਨ ਉਹੀ ਗੱਲ ਹੋ ਗਈ, ਫੀਲਡ ਔਰ ਸੈਕਟਰੀਏਟ ਦੀ ਦਰਾਰ ਪੈਣ ਲੱਗੀ, ਕਿਤੇ ਕੱਚੇ ਪੱਕਿਆਂ ਦੀ, ਕਿਤੇ ਪੈਨਸ਼ਨਾਂ ਦੇ, ਹਰ ਕਿਸੇ ਨੂੰ ਇਹ ਲੱਗ ਗਿਆ ਸਾਡੀ ਪੈਨਸ਼ਨ ਕਿਉਂ, ਸਾਡੀ ਮੰਗ ਕਿਉਂ ਨਹੀਂ ਹੋਈ। ਉਹਨਾਂ ਵਿੱਚੋਂ ਕੁਛ ਨੇ ਮੇਰੇ ਵਿਰੁੱਧ ਹੀ ਨਾਅਰੇ ਲਾਣੇ ਸ਼ੁਰੂ ਕਰਤੇ। ਉਸ ਸਮੇਂ ਥੋੜ੍ਹਾ ਜਿਹਾ ਮੈਂ ਵੀ ਡਿਮੋਰਲਾਈਜ਼ ਹੋਇਆ, ਸਾਡਾ ਕਾਡਰ ਵੀ ਡਿਮੋਰਲਾਈਜ਼ ਹੋਇਆ ਕਿ ਆਪਾਂ ਬਾਹਰ ਕੀ ਕਰਨਾ ਜਾ ਕੇ। ਉਹ ਇਹੋ ਜਿਹਾ ਹੋਇਆ ਕਿ ਉਸ ਤੋਂ ਬਾਅਦ ਜਿਹੜੀ ਉਹ ਮੂਵਮੈਂਟ ਸੀਗੀ, ਉਹ ਲਾਮਬੰਦੀ ਸੀਗੀ, ਉਹ ਘਟਣੀ ਸ਼ੁਰੂ ਹੋ ਗਈ। ਸੋ ਅਸੀਂ ਫਿਰ ਹੁਣ ਦੇਖਿਆ ਵੀ ਕਿਤੇ ਘਟ ਨਾ ਜਾਵੇ, ਅਸੀਂ ਫਿਰ ਫਰੰਟ ਫੁੱਟ ਤੇ ਆਏ ਹੋਏ ਹਾਂ। ਔਰ ਇੱਕ ਗੱਲ ਦੱਸਦਾ ਕਿ ਸੈਕਟਰੀਏਟ ਦੇ ਵਿੱਚ 4 ਹੜਤਾਲਾਂ ਹੋਈਆਂ। ਮੈਨੂੰ ਲੱਗਦਾ ਵੀ 90 ਤੋਂ ਬਾਅਦ ਕੋਈ ਹੜਤਾਲ ਨਹੀਂ ਸੀ। 90 ਚ ਲਾਸਟ ਹੜਤਾਲ ਸ਼ਾਮ ਲਾਲ ਜੀ ਕਰਕੇ ਗਏ ਸੀਗੇ, 2 ਪਤਾ ਨਹੀਂ 3 ਦਿਨਾਂ ਦੀ। ਉਸ ਤੋਂ ਬਾਅਦ ਜਿਹੜੀ ਸੀਗੀ ਹੜਤਾਲਾਂ ਅਸੀਂ ਕੀਤੀਆਂ। ਫਰਵਰੀ 2019 ਚ ਜਦੋਂ ਇਲੈਕਸ਼ਨ ਸੀਗੀ, ਉਹ ਇਲੈਕਸ਼ਨ ਤੋਂ ਪਹਿਲੇ ਅਸੀਂ ਹੜਤਾਲ ਕੀਤੀ, ਤੇ 27/2/2019 ਨੂੰ ਸਾਨੂੰ ਮੀਟਿੰਗ ਵੀ ਮਿਲੀ ਔਰ ਨੋਟੀਫਿਕੇਸ਼ਨ ਵੀ ਜਾਰੀ ਹੋਈਆਂ। ਉਸ ਤੋਂ ਬਾਅਦ 11 ਅਗਸਤ ਤੋਂ ਜਿਹੜੀ ਆ ਅਸੀਂ 17 ਅਗਸਤ ਤੱਕ ਸੈਕਟਰੀਏਟ 'ਚ ਹੜਤਾਲ ਕੀਤੀ SMM ਦੇ ਉਹਦੇ ਤੇ ਉਹਦੇ ਵਿੱਚ 18 ਨੂੰ ਪੂਰੇ ਸੈਕਟਰੀਏਟ ਨੂੰ ਵਾਕਆਊਟ ਕਰਾ ਕੇ ਕਿਹਾ ਵੀ ਜਾਓ ਘਰਾਂ ਨੂੰ, ਆਪਾਂ ਹੁਣ ਬਹਿਣਾ ਨਹੀਂ, ਘਰਾਂ ਨੂੰ ਜਾ ਕੇ ਬੈਠੋ, ਅਸੀਂ ਹੜਤਾਲ ਨੂੰ ਨਹੀਂ ਕਰਨੀ, ਵਾਕਆਊਟ ਕਰਾ ਕੇ ਖਾਲੀ ਕਰਤਾ ਸੀ। 8-9 ਜੁਲਾਈ ਨੂੰ 2021 ਨੂੰ PSMU ਦੀ ਕਾਲ ਤੇ 2 ਦਿਨ ਦਾ ਹੜਤਾਲ ਕੀਤੀ ਗਈ। ਫਿਰ 27/10/2021 ਨੂੰ 6 ਦਿਨਾਂ ਦੀ ਹੜਤਾਲ ਜਿਹੜੀ ਸੀ PSMU ਦੀ ਕਾਲ ਤੇ ਕੀਤੀ। ਹੜਤਾਲਾਂ ਦਾ ਨਵਾਂ ਇੱਕ ਇਤਿਹਾਸ ਸੀ, ਨਵੀਂ ਪਿਰਤ ਪਾਈ ਸੈਕਟਰ। ਔਰ ਸਭ ਤੋਂ ਵੱਡੀ ਗੱਲ ਆ, ਅਸੀਂ ਚੈਲੰਜ ਕਰਕੇ ਚੱਲਦੇ ਸੀ, ਆਪਣੇ ਕਾਡਰ ਨੂੰ ਤਿਆਰ ਕਰਦੇ ਸੀ ਵੀ ਭਾਈ ਜੇ ਕੋਈ ਅਬੀ ਨਬੀ ਹੋ ਗਈ, ਕਿਸੇ ਤਰ੍ਹਾਂ ਦਾ ਸਾਡੇ ਉੱਤੇ ਐਕਸ਼ਨ ਲੈਣ ਲਈ ਗਵਰਨਮੈਂਟ ਨੇ ਕੀਤਾ, ਤੇ ਆਪਾਂ ਇਸ ਤੋਂ ਵੀ ਵੱਡੀ ਲੜਾਈ ਲੜਾਂਗੇ। ਮਤਲਬ ਕਿ ਤਿਆਰ ਕਰ ਦਿੱਤਾ ਜਾਂਦਾ ਵੀ 2 4 6 8 10 15 ਦਿਨ ਦੀ ਤਨਖਾਹ ਕੱਟ ਕੇ ਕਿਤੇ ਆਪਾਂ ਮਰ ਚੱਲੇ ਆ, ਪਰ ਆਪਾਂ ਡਰਨਾ ਨਹੀਂਗਾ। ਇੱਕ ਵਾਰੀ ਸਰਕਾਰ ਨੇ ਨੋਟਿਸ ਕੱਢਣ ਦੀ ਸੋਚ ਲਈ ਕਿ ਇਹਨਾਂ ਦੇ ਵਿਰੁੱਧ ਐਕਸ਼ਨ ਕੱਢੋ, ਪਹਿਲੇ ਨੋਟਿਸ ਕੱਢ ਦਿਓ, ਬਾਅਦ 'ਚ ਐਕਸ਼ਨ ਕਰ ਦਿਓ। ਸਾਨੂੰ ਪਤਾ ਲੱਗ ਗਿਆ, ਤੇ ਅਸੀਂ ਰੈਲੀ ਦੇ ਵਿੱਚ ਅਨਾਉਂਸ ਕਰਤਾ ਵੀ ਜੇ ਇਹ ਹੋਏਗਾ, ਹੁਣ ਇਸ ਤੋਂ ਬਾਅਦ ਸਾਰਾ ਪੰਜਾਬ ਜਿਹੜਾ ਉਹ ਇਸ ਆਏਗਾ। ਤੇ ਉੱਥੇ ਮਨਦੀਪ ਸਿੱਧੂ ਜੀ ਨੇ ਤਾਂ ਹੋਰ ਜਥੇਬੰਦੀਆਂ ਨੇ ਆ ਕੇ ਅਨਾਉਂਸ ਕਰਤਾ ਵੀ ਸੈਕਟਰੀਏਟ ਦੇ ਨਾਲ ਖੜੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਐਕਸ਼ਨ ਦਿੱਤਾ ਜਾਊਗਾ। ਸਰਕਾਰ ਕੋ ਸੰਭਲਣਾ ਨਹੀਂ, ਸਰਕਾਰ ਨੇ ਸਟੈਪ ਵਾਪਸ ਲਿਆ ਔਰ ਸਾਨੂੰ ਮੀਟਿੰਗ ਲਈ ਕਾਲ ਦਿੱਤੀ। ਸੋ ਸੈਕਟਰੀਏਟ ਵਾਲੇ ਜੇ ਇਹ ਸੋਚਦੇ ਨੇ ਕਿ ਤੁਸੀਂ ਫੀਲਡ ਦੇ ਵਿੱਚ ਗਏ ਹੋ, ਤੁਹਾਡਾ ਗਲਤ ਸਟੈਪ ਆ, ਕੁਝ ਕੁ ਲੋਕ ਸੋਚਦੇ ਨੇ, ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ, ਜੇ ਅਸੀਂ ਬਚੇ ਆ ਤੇ ਉਹ ਫੀਲਡ ਕਰਕੇ ਹੀ ਬਚੇ ਆ। ਜੇ ਸਾਡੇ ਉੱਤੇ ਐਕਸ਼ਨ ਆ ਗਿਆ ਵੀ ਯੂਨਿਟੀ ਤੋਂ ਬਿਨਾਂ ਗੱਲ ਚੱਲਦੀ ਨਹੀਂ। ਇੱਕ ਆਮ ਦੇਖਣ ਚ ਆਇਆ ਵੀ ਕਿਸਾਨ ਲਹਿਰ ਚੋਂ, ਸਟੂਡੈਂਟ ਲਹਿਰ ਚੋਂ, ਵੱਖ-ਵੱਖ ਲਹਿਰਾਂ 'ਚ ਕੰਮ ਕਰਨ ਵਾਲੇ ਲੋਕ ਜਿਹੜੇ ਨੇ ਉਹ ਵਿਧਾਨ ਸਭਾ 'ਚ ਪਹੁੰਚਦੇ ਰਹੇ ਨੇ, MLA ਬਣੇ, ਮੰਤਰੀ ਬਣੇ। ਇੱਕ ਮੇਰਾ ਖਿਆਲ ਫਰੀਦਕੋਟ ਤੋਂ ਬਰਾੜ ਸਾਹਿਬ ਸੀ ਜਿਹੜੇ ਮੁਲਾਜ਼ਮਾਂ ਦੇ ਲੀਡਰ ਸੀ, ਮਰਹੂਮ ਨੇ, ਜਿਹੜੇ ਸਿੱਖਿਆ ਮੰਤਰੀ ਰਹੇ ਆ। ਮੁਲਾਜ਼ਮਾਂ ਦੇ ਲੀਡਰ ਸਿਆਸਤ ਵਾਲੇ ਪਾਸੇ ਘੱਟ ਹੀ ਗਏ ਲੱਗਦੇ। ਕੋਈ ਹੈ ਇੱਦਾਂ ਦੇ ਜਿਹੜੇ ਮੰਤਰੀ ਬਣੇ ਹੋਣ ਜਾਂ MLA ਬਣੇ ਨੇ? ਬਹੁਤ ਘੱਟ ਆ। ਨਹੀਂ, ਟੀਚਿੰਗ ਲਾਈਨ 'ਚੋਂ ਕੁਝ ਲੋਕੀ ਬਣੇ ਨੇ, ਟੀਚਿੰਗ ਲਾਈਨ ਤੋਂ ਤਜਰਬਾ ਹੈ, MP ਵੀ ਬਣੇ ਨੇ, ਤੇ ਮੈਂ ਦੇਖਿਆ ਪ੍ਰਿੰਸੀਪਲ ਸੀ, ਇੱਕ ਹੋਰ ਮੈਡਮ ਚਰਨਜੀਤ ਸਿੰਘ ਜੀ ਬਣੇ ਸੀ, ਕਾਫੀ ਬਣੇ ਨੇ, ਐਜੂਕੇਸ਼ਨ 'ਚੋਂ ਬਣੇ ਨੇ। ਲੇਕਿਨ ਉਹ ਸਾਡੇ ਸੈਕਟਰੀਏਟ ਸਾਈਡ ਤੋਂ ਜਾਂ ਹੋਰ ਕੋਈ ਬਹੁਤੇ ਮੁਲਾਜ਼ਮ ਇਸ ਪਾਸੇ ਨਹੀਂ ਆਏ ਹੈਗੇ। ਇੰਝ ਤਾਂ ਦੇਖਿਆ ਜਾਵੇ ਹੁਣ ਆਪਣੇ ਪ੍ਰੈਜ਼ੀਡੈਂਟ ਜਿਹੜੇ ਨੇ ETO ਸਾਹਿਬ, ਹੋਰ ਮੁਲਾਜ਼ਮ, ਹਾਂ ਹਾਂਜੀ, ਕਾਫੀ ਆ ਰਹੇ ਨੇ ਵੈਸੇ, ਲੇਕਿਨ ਉਸ ਟਾਈਮ ਨਹੀਂ ਸੀ, ਕਿਉਂਕਿ ਇੱਕ ਨਵੀਂ ਲਹਿਰ ਤਾਂ ਹੁਣੇ ਚੱਲੀ ਹੈ। ਇੱਕ ਆਮ ਆਦਮੀ ਪਾਰਟੀ ਦੇ ਆਉਣ ਨਾਲ, ਇਹਦੇ 'ਚ ਕੋਈ ਝੂਠ ਨਹੀਂ, ਇੱਕ ਨਵੀਂ ਲਹਿਰ ਚੱਲੀ ਹੈ, ਲੋਕੀ ਇਹਨਾਂ ਵੱਲ ਦੇਖ ਰਹੇ ਨੇ ਕਿ ਕਿਵੇਂ ਨੇ। ਔਰ ਅਸੀਂ ਚਾਹਾਂਗੇ ਵੀ ਕਿ ਜਿਹੜੇ ਮੁਲਾਜ਼ਮਾਂ ਦੇ ਵਿੱਚੋਂ ਆਏ ਨੇ, ਮੁਲਾਜ਼ਮਾਂ ਦੇ ਕਿਸੇ ਟਾਈਮ ਰਿਪਰੈਜ਼ੈਂਟੇਟਿਵ ਰਹੇ ਨੇ, ਉਹ ਇਸ ਟਾਈਮ ਦੀ ਜਿਹੜੀ ਪ੍ਰੈਜ਼ੈਂਟ ਸਰਕਾਰ ਹੈਗੀ ਹੈ, ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੀ ਪ੍ਰਾਇੋਰਟੀ ਲਿਸਟ 'ਚ ਪਾਵੇ। ਕਿਤੇ ਤੁਹਾਡੇ ਦਿਮਾਗ 'ਚ ਆਈ ਹੈ ਸੋਚ ਵੀ ਮੁਲਾਜ਼ਮ ਫਰੰਟ ਜਿਹੜੇ ਰਿਟਾਇਰ ਹੋ ਗਏ ਨੇ, ਤੇ ਮੇਰਾ ਖਿਆਲ ਖਹਿਰਾ ਸਾਹਿਬ ਤੇ ਚਲੋ ਵਰਕਿੰਗ ਨੇ, ਇਹਨਾਂ ਵਿੱਚੋਂ ਕੁਝ ਰਿਟਾਇਰ ਹੋਏ ਸਾਥੀ, ਪਿਛਲੇ ਸਮੇਂ ਉਹਨਾਂ ਨੇ ਟੈਸਟ ਕੀਤਾ ਸੀ ਕੁਝ ਵੀ ਰਿਟਾਇਰੀ ਮੁਲਾਜ਼ਮ ਲੀਡਰ ਖਾਸ ਕਰਕੇ ਉਹਨਾਂ ਦੀ ਬੜੀ ਸੋਚ ਦੂਰ ਤੱਕ ਹੁੰਦੀ ਹੈ, ਉਹਨਾਂ ਨੇ ਦਫ਼ਤਰਾਂ 'ਚ ਕੰਮ ਕੀਤਾ ਹੁੰਦਾ, ਤਜਰਬਾ ਹੁੰਦਾ ਵੀ ਉਹਨਾਂ ਨੇ ਕੋਈ ਸਿਆਸੀ ਮੰਚ ਬਣਾ ਕੇ ਤੇ ਵਧਿਆ ਜਾਵੇ ਇੱਧਰ। ਲੋਕੀ ਕਈ ਕੋਸ਼ਿਸ਼ ਕਰਦੇ ਨੇ, ਲੇਕਿਨ ਗੱਲ ਇੱਥੇ ਆਉਂਦੀ ਹੈ ਕਿ ਮਿਹਨਤ ਨਹੀਂ ਕਰਦੇ। ਮਿਹਨਤ ਨਹੀਂ ਕਰਦੇ। ਜੇ ਤੁਸੀਂ ਪੋਲਿਟਿਕਸ ਚਾਹਣਾ, ਤੁਹਾਨੂੰ ਮਿਹਨਤ ਕਰਨੀ ਪਏਗੀ, ਔਰ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ, ਔਰ ਤੁਹਾਨੂੰ ਪੋਲੀਟੀਸ਼ੀਅਨ ਦੀ ਤਰ੍ਹਾਂ ਬਣਨਾ ਵੀ ਪਏਗਾ। ਇਹ ਹਰ ਕੋਈ ਨਹੀਂ ਬਣ ਸਕਦਾ। ਸਾਡਾ ਜਿਵੇਂ ਸੀ, ਮੈਂ ਸਮਾਈਲ ਦੇ ਕੇ ਕਿੱਦਾਂ ਦਾ ਬਣਨਾ ਪਊਗਾ, ਕੀ ਕਰਨਾ ਪੈਂਦਾ? ਪੋਲਿਟਿਕਸ ਦੇ ਵਿੱਚ ਤਾਂ ਝੂਠ ਮਾਰਨਾ ਪੈਂਦਾ।
ਕਰਨਾ ਹੀ ਪਏਗਾ। ਉਹ ਤਾਂ ਜਿਵੇਂ ਸਿਸਟਮ ਜਿਹਾ ਬਣਿਆ ਹੋਇਆ ਹੈ ਕਿ ਉਹ ਤੁਹਾਨੂੰ ਚੱਲਣਾ ਪਏਗਾ, ਕਿਉਂਕਿ ਜਨਤਾ ਵੀ ਬਹੁਤ ਤੰਗ ਕਰਦੀ ਹੈ। ਜਨਤਾ ਵੀ ਕਹਿੰਦੀ ਵੀ ਇਸ ਤਰ੍ਹਾਂ ਇਹ ਕਰੋ ਜੀ, ਇਹ ਕਰੋ, ਸਾਡਾ ਇਹ ਕਰੋ ਸੀ। ਇਸ ਕਰਕੇ ਮੇਰਾ ਜਿਹੜਾ ਨਿੱਜੀ ਰਿਹਾ, ਮੈਂ ਸ਼ੁਰੂ ਤੋਂ ਇਹ ਸੀ ਕਿ ਮੈਂ ਪੋਲਿਟਿਕਸ ਨਹੀਂ ਜਾਣਾ, ਸ਼ੁਰੂ ਤੋਂ ਰਿਹਾ ਮੁਲਾਜ਼ਮ। ਈਵਨ ਮੈਨੂੰ ਇਹ ਜਿਹਾ ਵੀ ਮੌਕਾ ਆਇਆ, ਮੈਂ ਇੱਕ ਨਾਂ ਲੈਣਾ ਭੁੱਲ ਗਿਆ ਸੀ, ਮਿਸਟਰ ਤਜਿੰਦਰ ਖੰਨਾ ਸਾਡੇ ਚੀਫ ਸੈਕਟਰੀ ਰਹੇ ਨੇ ਤੇ ਜਦੋਂ ਅਸੀਂ ਐਜੀਟੇਸ਼ਨ ਕੀਤੀ ਹੈ, ਬੜੇ ਕਮਾਲ ਦੇ ਹੀ ਬਹੁਤ ਵਧੀਆ ਆਫੀਸਰ ਰਹੇ ਨੇ, ਗੋਡ ਫੀਅਰਿੰਗ ਸੀ। ਔਰ ਉਦੋਂ ਇਲੈਕਸ਼ਨ ਜਦੋਂ ਹੋਣਾ ਸੀ ਔਰ ਬੜੇ ਹਾਲਾਤ ਮਾੜੇ ਸੀ ਕਿ ਉਦੋਂ ਇਲੈਕਸ਼ਨ ਨਹੀਂ ਹੋ ਸਕਦਾ ਸੀ। ਉਦੋਂ ਦੀ ਗੱਲਾਂ ਮੈਂ ਕਰਦਾ ਹਾਂ। ਤੇ ਜਦੋਂ ਅਸੀਂ ਐਜੀਟੇਸ਼ਨ ਕੀਤੀ, ਮੈਨੂੰ ਉਹ ਖੁਦ ਕਹਿ ਰਹੇ ਸੀ ਕਿ ਸ਼ਿਆਮ ਲਾਲ ਮੈਂ ਤੈਨੂੰ ਪੀਸੀਐਸ ਅਫਸਰ ਬਣਾ ਦਿੰਦਾ। ਔਰ ਉਦੋਂ ਤਾਂ ਇੱਕ ਵਾਰੀ ਕਹਿਣਾ ਹੀ ਹੁੰਦਾ ਸੀ, ਅਗਲੇ ਦਿਨ ਲਿਸਟ ਲੱਗ ਜਾਂਦੀ ਸੀ, ਚੀਫ ਸੈਕਟਰੀ ਵੱਲੋਂ ਕੋਈ ਦਿੱਕਤ ਨਹੀਂ ਸੀ। ਲੇਕਿਨ ਦਿਮਾਗ 'ਚ ਇਹ ਗੱਲ ਸੀ ਕਿ ਮੈਂ ਇੰਪਲਾਈਜ਼ ਲੀਡਰ ਨੇ, ਇਹਨਾਂ ਨੇ ਮੈਨੂੰ ਬਣਾਇਆ, ਇਹਨਾਂ ਵਾਸਤੇ ਮੈਂ ਲੜਨਾ। ਕਮਿਟਮੈਂਟ ਸੀ ਤੇ ਇਹ ਮੇਰਾ ਸ਼ੁਰੂ ਤੋਂ ਰਿਹਾ ਕਿ ਮੇਰੀ ਕਮਿਟਮੈਂਟ ਸੀ। ਯਾਰ ਉਹਦੇ ਨਾਲ ਮੈਨੂੰ ਕੋਈ ਜੇ ਦੇਖਿਆ ਜਾਵੇ, ਜਿਹੜੇ ਮੇਰੇ ਨਾਲ ਦੇ ਕੋਈ ਪੀਸੀਐਸ ਅਫਸਰ ਵੀ ਬਣ ਗਿਆ, ਉਹ ਮੈਕਸਿਮ ਕੋਈ ਸਪੈਸ਼ਲ ਸੈਕਟਰੀ ਜਾਂ ਚਲੋ ਬਣ ਵੀ ਗਿਆ, ਤੇ ਆਈ ਆਲਸੋ ਰਿਟਾਇਰਡ ਐਜ ਜੁਆਇੰਟ ਸੈਕਟਰੀ। ਮੈਨੂੰ ਕਿਸੇ ਚੀਜ਼ ਦਾ ਉਹ ਹੈ ਨਹੀਂ। ਮੈਨੂੰ ਇਹ ਹੈ ਕਿ ਮੈਂ ਆਪਣੇ ਮੁਲਾਜ਼ਮਾਂ ਦੀ ਸੇਵਾ ਕੀਤੀ ਹੈ ਔਰ ਕਰਦਾ ਰਹਾਂਗਾ। ਕੋਈ ਫਰੰਟ ਹੋਵੇ ਮੈਨੇ ਕਰਨਾ ਹੀ ਕਰਨਾ। ਸ਼ਰਮਾ, ਮੈਂ 2-3 ਪੁਆਇੰਟ ਰੱਖੂੰਗਾ, ਫਿਰ ਖਹਿਰਾ ਸਾਹਿਬ ਕੋਲ ਜਾ ਕੇ ਪੁੱਛੂੰਗਾ ਵੀ ਲੱਗਦਾ ਨਹੀਂਗਾ ਵੀ ਮੁਲਾਜ਼ਮ ਵਰਗ ਜਿਹੜਾ ਰੈਗੂਲਰ ਮੁਲਾਜ਼ਮ ਵਰਗ ਹੈ ਉਹਦੀ ਕਿਤੇ ਹੋਂਦ ਕਿਸੇ ਵੇਲੇ ਖਤਮ ਹੋ ਜੂਗੀ, ਫਿਰ ਕਿਹਾ ਜਾਊਗਾ ਵੀ ਕਦੋਂ ਤੱਕ ਸੀ ਮੁਲਾਜ਼ਮ ਕੰਮ ਕਰਦੇ। ਨੰਬਰ 1, 17 ਜੁਲਾਈ 2020 ਤੋਂ ਕੇਂਦਰੀ ਸਕੇਲ ਲਾਗੂ ਹੋ ਗਏ, ਕੇਂਦਰੀ ਤਨਖਾਹ ਸਕੇਲ। ਤੁਹਾਡੇ ਵਰਗੇ ਲੀਡਰਾਂ ਨੇ ਲੜ ਕੇ ਪੰਜਾਬ ਦੇ ਸਕੇਲ ਲਏ। ਇਹਦਾ ਮਤਲਬ ਵੀ ਲੱਗਦਾ ਇਹ ਹੈ ਵੀ ਖਹਿਰਾ ਸਾਹਿਬ ਨੂੰ ਅਗਲਾ ਤਨਖਾਹ ਕਮਿਸ਼ਨ ਜਿਹੜਾ ਪੰਜਾਬ ਦਾ ਨਹੀਂ ਸੈਂਟਰ ਦਾ ਹੀ ਇਹਨਾਂ ਤੇ ਲਾਗੂ ਹੋਊਗਾ। ਜਦੋਂ ਇੰਪਲੀਮੈਂਟ ਹੀ ਹੋ ਗਿਆ 17 ਜੁਲਾਈ 2020 ਤੋਂ, ਤੇ ਜਿਹੜੇ ਹੁਣ ਮੁਲਾਜ਼ਮ ਸਾਰਿਆਂ ਤੇ ਲਾਗੂ ਹੋਊਗਾ। ਨੰਬਰ 2, ਜਿਹੜੀ ਨਵੀਂ ਭਰਤੀ ਹੁੰਦੀ ਹੈ ਉਹਨਾਂ ਦਾ ਸ਼ੋਸ਼ਣ ਹੋ ਰਿਹਾ। 3 ਸਾਲ ਉਹਨਾਂ ਨੂੰ ਬੇਸਿਕ ਪੇ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਲੱਖ ਦੇ ਕਰੀਬ ਮੁਲਾਜ਼ਮ ਜਿਹੜੇ ਨੇ ਠੇਕੇ ਤੇ ਆਊਟਸੋਰਸ ਤੇ ਨੇ, ਉਹਨਾਂ ਨੂੰ 10-10 ਹਜ਼ਾਰ ਰੁਪਇਆ ਦੇ ਕੇ ਉਹਨਾਂ ਦੇ ਹੱਡ ਗੋਡੇ ਜਿਹੜੇ ਨੇ ਉਹ ਸਰਕਾਰ ਖਾ ਰਹੀ ਹੈ, ਘੁਣ ਮੰਗ ਲੱਗੀ ਹੈ। ਇਹ ਸਾਰੇ ਜਿਹੜੇ ਮੁੱਦੇ ਲੱਗਦਾ ਨੇ ਵੀ ਕਿਸੇ ਵੇਲੇ ਹਾਂ ਠੀਕ ਹੈ, ਸਰਕਾਰ ਦੀ ਮਜਬੂਰੀ ਹੈ, ਪੁਲਿਸ ਡਿਪਾਰਟਮੈਂਟ ਚਾਹੀਦਾ ਆ, ਐਜੂਕੇਸ਼ਨ ਚਾਹੀਦਾ, ਹੈਲਥ ਚਾਹੀਦਾ, ਬਾਕੀ ਥਾਵਾਂ ਤੇ ਠੇਕਾ ਸਿਸਟਮ ਹੀ ਚੱਲ ਜੂਗਾ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਅੱਜ ਕੱਲ੍ਹ ਬੜੀ ਦਿੱਕਤਾਂ ਆ ਰਹੀਆਂ ਨੇ। ਜਦੋਂ ਅਸੀਂ ਲੋਕਾਂ ਨੇ ਸਰਵੇ ਜੁਆਇਨ ਕੀਤੀ ਹੈ, ਕੋਈ ਸਿਫਾਰਿਸ਼ ਨਹੀਂ, ਕੋਈ ਕੁਛ ਨਹੀਂ, ਮੈਰਿਟ ਦੇ ਥਰੂ ਰਿਕਰੂਟਮੈਂਟ ਹੁੰਦੀ ਸੀ। ਐਸਐਸ ਬੋਰਡ ਦੇ ਥਰੂ ਐਗਜ਼ਾਮ ਦਿੱਤੇ, ਹਰ ਦਫ਼ਤਰਾਂ 'ਚ ਨੌਕਰੀ ਕਰ ਲਈ, ਹਰ ਬੜੀ ਠਾਠ ਦੀ ਨੌਕਰੀ ਕੀਤੀ, ਪੂਰੇ ਸਕੇਲ ਮਿਲਦੇ ਸੀ, ਪੂਰਾ ਸਭ ਕੁਝ ਮਿਲਦਾ ਸੀ। ਲੇਕਿਨ ਹੁਣ ਜਿਹੜੀ ਸਰਕਾਰਾਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖਹਿੜਾ ਛਡਾਉਣਾ ਚਾਹੁੰਦੀਆਂ ਨੇ, ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ, ਪ੍ਰਾਈਵੇਟ ਵਾਲੇ ਪਾਸੇ ਤੁਰ ਰਹੀਆਂ ਨੇ, ਦਫ਼ਤਰਾਂ ਨੂੰ ਤੋੜ ਰਹੀਆਂ ਨੇ, ਏਜੰਸੀਆਂ ਜਿਹੜੀਆਂ ਨੇ ਦੂਜੀ ਬਣਾ ਰਹੀਆਂ ਨੇ। ਜਿਵੇਂ ਪਿੱਛੇ ਵੀ ਕਾਰਪੋਰੇਸ਼ਨ ਬਣੇ, ਬੋਰਡ ਬਣੇ, ਮੈਂ ਕਿਹਾ ਇਸ ਤਰੀਕੇ ਨਾਲ ਚੱਲ ਰਿਹਾ ਹੈ ਕਿ ਸਰਕਾਰ ਆਪਣਾ ਪੱਲਾ ਛਡਾ ਰਹੀ ਹੈ। ਅਰੇ ਇਹ ਜਿਹੜਾ ਸਿਸਟਮ ਹੈ ਇਹ ਬਿਲਕੁਲ ਗਲਤ ਚੱਲ ਰਿਹਾ। ਵਾਕਈ ਤੁਹਾਡੀ ਗੱਲ ਠੀਕ ਹੈ, ਇਹ ਐਕਸਪਲੋਇਟੇਸ਼ਨ ਹੈ। ਤੁਸੀਂ 6-6 ਹਜ਼ਾਰ ਤੇ ਬੰਦੇ ਰੱਖ ਰਹੇ ਹੋ, ਉਹ ਰੱਖ ਰਹੇ ਹੋ, ਹਰ ਪੇ ਤੁਸੀਂ ਸਟੇਟਮੈਂਟਾਂ ਦਿੰਦੇ ਹੋ। ਤੁਸੀਂ ਸੁਣਿਆ ਹੋਣਾ ਪਿੱਛੇ ਜਦੋਂ ਕਿ ਇਹਨਾਂ ਨੇ 15,000 ਤੇ ਡਾਕਟਰ ਰੱਖੇ ਨੇ। ਈਵਨ ਸਾਡੇ ਉਸ ਟਾਈਮ ਮਿਨਿਸਟਰ ਦੀ ਇਹ ਸਟੇਟਮੈਂਟ ਸੀ ਕਿ ਜਦੋਂ ਸਾਨੂੰ 15,000 ਚ ਡਾਕਟਰ ਮਿਲ ਰਿਹਾ ਹੈ ਤੇ ਜੇ ਅਸੀਂ ਰੱਖ ਲੈਂਦੇ ਕੀ ਫਰਕ ਪੈਂਦਾ। ਮਿਲ ਰਿਹਾ ਦਾ ਭਾਵ ਇਹ ਥੋੜਾ ਵੀ ਖੁਸ਼ੀ ਨਾਲ ਆ ਰਿਹਾ, ਉਹ ਆਪਣਾ ਆਪ ਮਾਰ ਕੇ ਆ ਰਿਹਾ ਸੀ। ਜਦੋਂ ਸੋਚ ਹੀ ਇਹੀ ਜਿਹੀ ਬਣ ਗਈ ਯਾਰ, ਇਹਨਾਂ ਸੋਚ ਦਾ ਇਹਨਾਂ ਦਾ ਰਿਜ਼ਲਟ ਜਿਹੜੇ ਨੇ ਅੱਗੇ ਬੜੇ ਮਾੜੇ ਨਿਕਲ ਰਹੇ ਨੇ। ਹੁਣ ਦੇਖੋ ਕੀ ਪੋਜੀਸ਼ਨ ਹੋ ਗਈ ਹੈ। ਸਰਕਾਰ ਅਨਾਉਂਸ ਕਰਦੀ ਹੈ, ਵਾਕ ਇਨ ਇੰਟਰਵਿਊ ਰੱਖਦੀ ਹੈ ਕਿ ਪਲੀਜ਼ ਸਾਨੂੰ ਡਾਕਟਰਾਂ ਦੀ ਲੋੜ ਹੈ, ਆਓ ਸਾਡੇ ਕੋਲ, ਸਪੈਸ਼ਲਿਸਟ ਆਓ, ਸਾਨੂੰ ਜ਼ਰੂਰਤ ਹੈ ਤੁਹਾਡੀ, ਪਲੀਜ਼ ਤੁਸੀਂ ਆਓ। ਲੋਕੀ ਆ ਨਹੀਂ ਰਹੇ ਕਿਉਂਕਿ ਸਰਕਾਰਾਂ ਜਦੋਂ ਡਾਊਨਗ੍ਰੇਡਿੰਗ ਕਰਦੀਆਂ ਨੇ, ਜਦੋਂ ਬੇਇੱਜ਼ਤੀ ਕਰਦੀਆਂ ਨੇ, ਤਾਂ ਕੋਈ ਵੀ ਇੱਜ਼ਤਦਾਰ ਜਿਹੜਾ ਆਦਮੀ ਆ ਉਹ ਸਰਵਿਸ ਦੇ ਵਿੱਚ ਇੰਨੀ, ਹੁਣ ਉਹ ਸਰਕਾਰੀ ਸਰਵਿਸ ਜਿਹੜੀ ਨੌਕਰੀ ਹੈ ਇੰਨੀ ਲੂਕਰੇਟਿਵ ਨਹੀਂ ਰਹੀ ਹੈਗੀ। ਲੋਕੀ ਭੱਜਣ ਲੱਗੇ ਪ੍ਰਾਈਵੇਟ ਵਾਲੇ ਪਾਸੇ। ਤੁਸੀਂ ਦੇਖੋ 2-2 ਲੱਖ ਦੇ ਪੈਕੇਜ ਨੇ, 24-24 ਲੱਖ ਦਾ ਐਨੂਅਲ ਪੈਕੇਜ ਹੈ। ਸੀ ਕੋਈ ਟਾਈਮ ਸੀ ਜਦੋਂ ਸਰਕਾਰੀ ਸਰਵਿਸਿਜ਼ ਨੂੰ ਚੰਗਾ ਗਿਣਦੇ ਸੀ। ਹੁਣ ਜਿਹੜੀ ਪ੍ਰੈਜ਼ੈਂਟ ਸਰਕਾਰਾਂ ਨੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈ। ਜਦੋਂ ਇਹ ਸਰਵਿਸ ਸੈਂਟਰ ਨੁਕਸਾਨ ਕਰੇ ਤਾਂ ਆਪਣਾ ਹੋਏਗਾ। ਜੇ ਮੁਲਾਜ਼ਮਾਂ ਦੀ ਇਹ ਆਪਣਾ ਉਹਨਾਂ ਦਾ ਇੱਜ਼ਤ ਮਾਣ ਠੀਕ ਸਰ ਨਹੀਂ ਕਰਨਗੇ। ਹੁਣ ਜਿਵੇਂ ਅਸੀਂ ਸੈਕਟਰੀਏਟ ਨੌਕਰੀ ਕੀਤੀ ਹੈ, ਸੈਕਟਰੀਏਟ 'ਚ ਮੰਤਰੀ ਬੈਠੇ ਨੇ, ਚੀਫ ਮਿਨਿਸਟਰ ਸਾਹਿਬ ਬੈਠੇ ਨੇ, ਉਹ ਜੇ ਸਾਡਾ ਹੀ ਤੁਸੀਂ ਖਿਆਲ ਨਹੀਂ ਕਰੋਗੇ, ਤੁਹਾਡਾ ਖਿਆਲ ਕੱਲ ਨੂੰ ਕੌਣ ਕਰੇਗਾ? ਕਿਸੇ ਨੇ ਵੀ ਨਹੀਂ ਕਰਨਾ। ਤੁਸੀਂ ਸੈਕਟਰੀਏਟ ਤੁਹਾਡੀ ਹੋਂਦ ਸਾਡੇ ਕਰਕੇ ਹੀ ਹੈ
ਜੇ ਤੁਸੀਂ ਆਪਣੇ ਮੁਲਾਜ਼ਮਾਂ ਨੂੰ, ਆਪਣੇ ਆਫੀਸਰ ਨੂੰ ਚੰਗੀ ਤਰ੍ਹਾਂ ਟ੍ਰੀਟ ਕਰੋਗੇ ਤਾਂ ਹੀ ਤੁਹਾਡੀ ਗੱਲਬਾਤ ਬਣੇਗੀ। ਅਦਰਵਾਈਜ਼ ਜਿਹੜੇ ਹੁਣ ਇਹ ਸਿਸਟਮ ਜਿਹੜਾ ਚੱਲ ਰਿਹਾ ਹੈ ਉਹ ਕੋਈ ਵਧੀਆ ਸਿਸਟਮ ਨਹੀਂ ਹੈਗਾ। ਕੋਈ ਕੰਮ ਜਿਹੜਾ ਕਈ ਵਾਰੀ ਕੰਮ ਫੀਲਡ 'ਚ ਨਹੀਂ ਹੋ ਰਹੇ ਹੈਗੇ ਕਿਉਂਕਿ ਕੋਈ ਸੁਣਵਾਈ ਨਹੀਂ ਹੈਗੀ, ਉੱਪਰੋਂ ਕੋਈ ਹੈ ਹੀ ਨਹੀਂ। ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਇਹ ਕਹਾਂਗੇ ਕਿ ਜਿਹੜੇ ਹਰ ਇੱਕ ਦਾ ਜਿਹੜਾ ਬਣਦਾ ਡਿਊ ਹੈ ਉਹ ਦਿਓ ਤੇ ਕੰਮ ਲਓ। ਖੈਰ ਸਾਹਿਬ, ਤੁਹਾਡੇ ਲਈ ਬਹੁਤ ਵੱਡੀ ਚੁਣੌਤੀ ਨਹੀਂ, ਇਹ ਤੇ ਚਲੋ ਰਿਟਾਇਰ ਹੋ ਗਏ ਨੇ ਵੀ ਜਿਵੇਂ ਮੈਂ ਗੱਲ ਕੀਤੀ, ਇੱਕ ਤੇ ਕੇਂਦਰੀ ਤਨਖਾਹ ਸਕੇਲ ਦਾ ਕੁਹਾੜਾ, 3 ਸਾਲ ਬੇਸਿਕ ਪੇ, ਤੇ ਤੀਸਰਾ ਸਭ ਤੋਂ ਵੱਡਾ ਮੁੱਦਾ ਤੁਹਾਡੇ ਕੋਲੋਂ ਤਨਖਾਹ ਸੁਧਾਈ ਦੀ, ਪੈਨਸ਼ਨ ਸੁਧਾਈ ਦੇ ਜਿਹੜੇ ਬਕਾਏ ਵੀ ਖਾ ਲਏ ਤੇ ਤੁਹਾਡੇ ਡੀਏ ਦੇ ਬਕਾਏ ਵੀ ਖਾ ਲਏ। ਆਉਣ ਵਾਲੇ ਸਮੇਂ 'ਚ ਵੱਡੀਆਂ ਚੁਣੌਤੀਆਂ ਨੇ। ਬਹੁਤ ਵੱਡੀਆਂ ਚੁਣੌਤੀਆਂ ਜੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਇਹਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਿਸਟਮ ਬਣ ਚੁੱਕਿਆ, ਉਹ ਸਿਸਟਮ ਇਹ ਬਣ ਚੁੱਕਿਆ ਵੀ ਵੋਟਾਂ ਕਿਵੇਂ ਲੈਣੀਆਂ ਨੇ। ਉਹ ਵੋਟਾਂ ਲੈਣ ਦੇ ਲਈ ਹਰ ਹੱਥਕੰਡਾ ਅਪਣਾਉਂਦੇ ਨੇ, ਤੇ ਜਿਹੜਾ ਸਟੇਟ ਦਾ, ਰਾਜ ਦਾ, ਦੇਸ਼ ਦਾ ਧਨ ਆ, ਕੁਦਰਤੀ ਸੋਰਸ ਆ ਜਾਂ ਕੋਈ ਵੀ ਸੋਰਸਿਸ ਹੈਗੇ ਇਨਕਮ ਦੇ, ਉਹ ਕਾਰਪੋਰੇਟਸ ਕੋਲ ਜਾ ਰਹੇ ਨੇ। ਜਦੋਂ ਇਨਕਮ ਕਾਰਪੋਰੇਟਸ ਕੋਲ ਜਾ ਰਹੀ ਆ ਤੇ ਗਵਰਨਮੈਂਟ ਕੋਲ ਇਨਕਮ ਬਚ ਨਹੀਂ ਰਹੀ। ਜਦੋਂ ਇਨਕਮ ਨਹੀਂ ਬਚਦੀ ਤਾਂ ਫਿਰ ਉਹ ਕੀ ਸੋਚਦੇ ਨੇ ਵੀ ਸਰਕਾਰ ਤੇ ਚਲਾਣੀ, ਸਰਕਾਰ ਚਲਾਉਣ ਤੇ ਖਰਚਾ ਤੇ ਆਊਗਾ। ਜੇ ਕੋਈ ਚੀਜ਼ ਨੂੰ ਇੰਪਲੀਮੈਂਟ ਕਰਨਾ, ਉਹਨੂੰ ਇੰਪਲੀਮੈਂਟ ਕਰਨ ਲਈ ਤੁਹਾਡੇ ਕੋਲ ਮੈਨ ਪਾਵਰ ਚਾਹੀਦੀ ਹੈ। ਜਦੋਂ ਮੈਨ ਪਾਵਰ ਤੁਸੀਂ ਲਓਗੇ ਤੇ ਉੱਤੇ ਖਰਚ ਆਊਗਾ। ਹੁਣ ਹੋ ਕੀ ਰਿਹਾ ਵੀ ਉਹ ਮੈਨ ਪਾਵਰ ਇਹ ਲੱਭਦੇ ਆ ਵੀ ਅਸੀਂ ਸਸਤੇ ਰੇਟਾਂ 'ਚ ਲੈ ਲਈਏ। ਹੁਣ ਸਰਕਾਰ ਦੇ ਰੂਲ ਆ, ਸਰਕਾਰ ਨੇ ਇੱਕ ਦੇਖ ਲਿਆ ਵੀ ਅਸੀਂ ਪਹਿਲੇ ਇਹਨਾਂ ਨੇ ਕੱਢਿਆ ਕੰਟਰੈਕਟ ਤੇ, ਵੀ ਅਸੀਂ ਕੰਟਰੈਕਟ ਤੇ ਰੱਖ ਲੈਂਦੇ, ਸਾਡੇ ਪੈਸੇ ਬਚ ਜਾਣਗੇ। ਲੇਕਿਨ ਉੱਥੇ ਇੱਕ ਫਿਰ ਰੂਲ ਦੀ ਬੰਦਿਸ਼ ਆ ਗਈ ਵੀ ਕੰਟਰੈਕਟ ਵਾਲਿਆਂ ਨੂੰ ਇੰਨੇ ਸਾਲ ਬਾਅਦ ਜਾਂ ਇੰਨੇ ਸਮੇਂ ਤੋਂ ਬਾਅਦ ਉਹਨਾਂ ਨੂੰ ਪੱਕੇ ਕਰਨਾ, ਉਹਨਾਂ ਨੂੰ ਪੱਕੇ ਕਰਨਾ ਪਏਗਾ। ਕੋਰਟ ਕੇਸ ਕਰਦੇ, ਪੱਕੇ ਹੋ ਕਹਿੰਦੇ। ਇਹਨਾਂ ਨੇ ਇੱਕ ਨਵਾਂ ਸਿਸਟਮ ਲੱਭ ਲਿਆ ਜਿਹੜਾ ਕਾਰਪੋਰੇਟ ਘਰਾਣੇ ਨੇ ਇਹਨਾਂ ਨੂੰ, ਕਾਰਪੋਰੇਟਸ ਨੇ ਦੇਤਾ ਵੀ ਅਸੀਂ ਤੁਹਾਨੂੰ ਬੰਦੇ ਪ੍ਰੋਵਾਈਡ ਕਰਦੇ ਆ ਆਊਟਸੋਰਸ, ਉਹ ਆਊਟਸੋਰਸ ਤੇ ਤੁਸੀਂ ਬੰਦੇ ਲਓ, ਕੰਮ ਕਰਾਓ, ਜਾਓ ਕਿਰਾਏ ਤੇ। ਉਹ ਕਿਰਾਏ ਤੇ ਬੰਦਾ ਭੇਜਦੇ ਆ। ਦੇਖੋ ਆਪਾਂ ਪਹਿਲੋਂ ਕਹਿੰਦੇ ਜਦੋਂ ਹਿਸਟਰੀ ਪੜ੍ਹਦੇ ਸੀ 8ਵੀਂ 9ਵੀਂ 10ਵੀਂ ਦੇ ਵਿੱਚ ਇੱਕ ਗੁਲਾਮ ਪ੍ਰਥਾ ਹੁੰਦੀ ਸੀ। ਗੁਲਾਮਾਂ ਕੋ ਕਿਵੇਂ ਕੰਮ ਕਰਾਇਆ ਜਾਂਦਾ, ਇਹੀ ਚੀਜ਼ ਸੀ ਗੁਲਾਮ ਪ੍ਰਥਾ। ਜਿਹੜੇ ਜ਼ਗੀਰਦਾਰ ਸ਼ਾਹੂਕਾਰ ਸੀ ਉਹ ਰਾਜਿਆਂ ਨੂੰ, ਮਹਾਰਾਜਿਆਂ ਨੂੰ ਜਾਂ ਵੱਡੇ ਵੱਡੇ ਜਿਹੜੇ ਅਹੁਦਿਆਂ ਤੇ ਬੈਠੇ ਉਹਨਾਂ ਨੂੰ ਬੰਦੇ ਪ੍ਰੋਵਾਈਡ ਕਰਦੇ ਸੀ। ਉਹ ਉਹਨਾਂ ਨੂੰ ਰੋਟੀ ਦਿੰਦੇ ਸੀਗੇ ਤੇ ਕੁੱਟ-ਕੁੱਟ ਕੇ ਕੰਮ ਲੈਂਦੇ ਸੀ। ਉਹੀ ਹੁਣ ਕੰਮ, ਹੁਣ ਸਿੱਧੀ ਰੋਟੀ ਨਹੀਂ ਦਿੰਦੇ, ਉਹਨਾਂ ਨੂੰ ਉਨੇ ਕੁ ਪੈਸੇ ਦਿੰਦੇ ਆ ਸਿਰਫ ਤੇ ਸਿਰਫ ਇੱਕ ਬੰਦਾ ਆਪਣੀ ਰੋਟੀ ਖਾ ਸਕੇ, ਪਰਿਵਾਰ ਦੀ ਕੋਈ ਪਰਵਾਹ ਨਹੀਂ ਹੈਗੀ। ਹੁਣ ਉਹਨਾਂ ਨੇ ਉਹ ਕਰ ਲਿਆ। ਜਦ ਦੇਖਿਆ ਵੀ ਥੋੜਾ ਜਿਹਾ ਠੀਕ ਕਰਨਾ, ਵੀ ਹੁਣ ਪੱਕੇ ਵੀ ਰੱਖਣੇ ਪੈਣੇ, ਲੋਕਾਂ ਨੂੰ ਦਿਖਾਵਾ ਕਰਨਾ ਪੈਣਾ, ਤੇ ਉਹ 'ਚ ਰੂਲ ਅਮੈਂਡ ਕਰਕੇ ਸੈਂਟਰ ਦਾ ਪੇ ਕਮਿਸ਼ਨ ਦੇਤਾ ਵੀ ਸਾਡੇ ਪੈਸੇ ਬਚ ਗਏ। 2016 ਵਾਲਿਆਂ ਨੂੰ 3 ਸਾਲ ਦਾ ਪ੍ਰਵੇਸ਼ਨ ਕਰਤਾ, 1 ਸਾਲ ਦੇ ਪੈਸੇ ਬਚ ਗਏ। 3 ਸਾਲ ਵਾਲਿਆਂ ਨੂੰ ਪੂਰੇ ਪੈਸੇ ਨਹੀਂ, ਉਹਨਾਂ ਨੂੰ 3 ਸਾਲ ਦੀ ਨੌਕਰੀ 'ਚ ਪੂਰੇ ਪੈਸੇ ਨਹੀਂ ਦਿੱਤੇ, 3 ਸਾਲ ਦਾ ਅੱਗੇ ਫਾਇਦਾ ਨਹੀਂ ਦਿੱਤਾ ਗਿਆ, ਫਾਈਨੈਂਸ਼ੀਅਲੀ ਫਾਇਦਾ ਨਹੀਂ ਦਿੱਤਾ ਗਿਆ। ਸੋ ਚੱਕਰ ਕੀ ਆ, ਹਰ ਥਾਂ ਦੇ ਉੱਤੇ ਪੈਸੇ ਬਚਾਉਣ ਦੀ ਜਿਹੜੀ ਪ੍ਰਥਾ ਉਹ ਚਲਾ ਲਈ। ਕਿਉਂ? ਕਿਉਂਕਿ ਉਹ ਆਪ ਜਿਹੜਾ ਮਾਲੀਆ ਉਹ ਜਿਹੜਾ ਆ ਰਿਹਾ ਉਹ ਕਿੱਧਰ ਜਾ ਰਿਹਾ ਇਹ ਕੋਈ ਸਮਝ ਨਹੀਂ ਆ ਰਿਹਾ। ਉਹ ਸਾਰਾ ਮਾਲੀਆ ਕਿਤੇ ਨਾ ਕਿਤੇ ਜਾ ਰਿਹਾ। ਜੇ ਇੱਕ ਮੁਲਾਜ਼ਮ ਕੰਮ ਕਰ ਰਿਹਾ ਤੇ ਉਹਦਾ ਮੈਨੂੰ ਲੱਗਦਾ ਜੇ ਪੰਜਾਬ ਦੇ ਵਿੱਚੋਂ ਰੇਸ਼ੋ ਕੱਢੀ ਜਾਵੇ ਸਭ ਤੋਂ ਵੱਧ ਇਨਕਮ ਟੈਕਸ ਮੁਲਾਜ਼ਮ ਦੇ ਰਿਹਾ, ਕਿਉਂਕਿ ਉਹਦੀ ਵਾਈਟ 'ਚ ਜਿੰਨੀ ਉਹਦੀ ਵਾਈਟ ਤਨਖਾਹ, ਹਾਂ ਉਹਦੀ ਉਹ ਕੱਟਣੀ ਆ, ਉਹਦੀ ਉਹ ਜਿਹੜੀ ਆ ਇਨਕਮ ਟੈਕਸ ਕੱਟ ਗਿਆ। ਫਿਰ ਉਸ ਤੋਂ ਬਾਅਦ ਜੇ ਉਹਦੇ ਕੋਲ 4 ਪੈਸੇ ਹੈਗੇ ਆ, ਮੰਨ ਲੈਂਦੇ ਆ, ਤੇ ਉਹ ਜਿਹੜਾ ਉਹਨੂੰ ਪੈਸੇ ਨੂੰ ਖਰਚਣ ਦੀ ਤਾਕਤ ਰੱਖਦਾ, ਤੇ ਜੇ ਉਹ ਖਰਚੂਗਾ ਜਿਹੜੀ ਵੀ ਚੀਜ਼ ਲਊਗਾ ਉੱਤੇ ਫਿਰ ਟੈਕਸ ਪੇ ਕਰੂਗਾ। ਉਹਨਾਂ ਸਰਕਾਰ ਦੀ ਜਿਹੜੀ ਆ ਉਹ ਆਪਣੀ ਮਾਲੀਆ ਵਧ ਨਹੀਂ ਰਿਹਾ, ਆਮਦਨ ਵਧੂਗੀ। ਸ਼ਰਮਾ ਜੀ, ਅਖੀਰਲਾ ਸਵਾਲ, ਇੱਕ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਮੁਲਾਜ਼ਮ ਲੀਡਰ ਨੇ ਫੰਡ ਖੂਬ ਇਕੱਠਾ ਕਰਦੇ ਨੇ, ਦੂਸਰਾ ਸਿਆਸੀ ਬਹੁਤ ਫਾਇਦੇ ਲੈਂਦੇ ਨੇ, ਤੀਸਰਾ ਉਹ ਅਫਸਰਾਂ ਦੇ ਨੇੜੇ ਹੁੰਦੇ ਆ ਤੇ ਮਨਮਰਜ਼ੀ ਦੀਆਂ ਸੀਟਾਂ ਲੈਂਦੇ ਨੇ ਤੇ ਬਦਲੀਆਂ ਬੁਦਲੀਆਂ ਕਰਾ ਕੇ ਵੀ ਸ਼ੁਗਲ ਮੇਲਾ ਕਰ ਲੈਂਦੇ ਆ। ਕਹਿੰਦੇ ਹੋਣਗੇ ਜੀ, ਲੇਕਿਨ ਸਾਡਾ ਕੋਈ ਐਸਾ ਲੱਗਿਆ ਨਹੀਂ ਕਿਉਂਕਿ ਅਸੀਂ ਸੈਕਟਰੀਏਟ ਦੀ ਵੀ ਜੌਬ ਕੀਤੀ ਹੈ ਤੇ ਸੈਕਟਰੀਏਟ ਤਾਂ ਲੋੜ ਹੀ ਨਹੀਂ ਪੈਂਦੀ, ਨਾ ਨੇੜੇ ਜਾਣ ਦੀ ਲੋੜ ਪੈਂਦੀ, ਨਾ ਕਿਸੇ ਦੇ ਕੁਝ ਪੈਂਦੀ ਹੈ, ਨਾ ਕੋਈ ਆਪਣਾ ਪੋਸਟਾਂ ਦਾ ਕੋਈ ਹੁੰਦਾ ਹੈ। ਇਹ ਐਵੇਂ ਕਈ ਚੀਜ਼ਾਂ ਬਣੀ ਵੀ ਨੇ ਬਦਨਾਮ ਕਰਨ ਵਾਸਤੇ ਕੀਤੀਆਂ ਨੇ। ਕੋਈ ਵੀ ਬੰਦਾ ਜੇ ਕੋਈ ਉਹਦਾ ਉੱਪਰਲਾ ਆਫੀਸਰ ਆਪਣੇ ਮਹਿਕਮੇ ਨੂੰ ਠੀਕ ਢੰਗ ਨਾਲ ਚਲਾਉਣਾ ਚਾਹੁੰਦਾ ਹੈ, ਕਰਪਸ਼ਨ ਫ੍ਰੀ ਚਲਾਉਣਾ ਚਾਹੁੰਦਾ ਹੈ, ਤੇ ਕਿਸੇ ਦੀ ਕੋਈ ਜ਼ਰੂਰਤ ਨਹੀਂ ਕਿ ਨੀਚੇ ਕੋਈ ਕਰਪਸ਼ਨ ਕਰਦੇ। ਇਹ ਕਿਤੇ ਹੁੰਦਾ ਹੋਣਾ, ਲੇਕਿਨ ਜਿਹੜਾ ਸਾਡਾ ਸੈਕਟਰੀਏਟ ਦਾ ਐਕਸਪੀਰੀਅੰਸ ਹੈ, ਸਾਡਾ ਤਜਰਬਾ ਹੈ, ਇਹ ਗੱਲ ਕੋਈ ਉਹ ਨਹੀਂ। ਔਰ ਮੈਂ ਤਾਂ ਇਸ ਪਾਸੇ ਜਿਹੜਾ ਅੱਜ ਕੱਲ੍ਹ ਦੇਖ ਰਿਹਾ, ਮੈਂ ਅੱਜ ਕੱਲ੍ਹ ਲੀਡਰੀ ਕਰਨੀ ਬਹੁਤ ਔਖੀ ਹੈ। ਪੜ੍ਹੇ ਲਿਖਿਆਂ ਦੀ ਲੀਡਰੀ ਕਰਨੀ ਹੋਰ ਵੀ ਔਖੀ ਹੈ। ਇਟ ਇਜ਼ ਟੂ ਡਿਫਿਕਲਟ। ਅਸੀਂ ਲੋਕੀ ਘਰਾਂ ਦਾ ਆਪਣਾ ਸਾਰਾ ਛੱਡ ਕੇ, ਘਰ-ਬਾਰ ਛੱਡ ਕੇ ਤਾਂ ਲੀਡਰੀ, ਅੱਜ ਕੱਲ੍ਹ ਦੇ ਜ਼ਮਾਨੇ 'ਚ ਲੀਡਰੀ ਕਰਨੀ ਬਹੁਤ ਔਖੀ ਹੈ। ਹਾਂ, ਅਸੀਂ ਮੇਰਾ ਮਤਲਬ ਡਿਫਿਕਲਟ ਹੈ। ਜਿਹੜੀ ਕੋਈ ਸੋਚ ਹੋਣੀ ਕਿਸੇ ਦੀ, ਲੇਕਿਨ ਸਾਡਾ ਕੋਈ ਐਸਾ ਸਾਹਿਬ, ਤੁਸੀਂ ਕਿੰਨਾ ਕੁ ਫਾਇਦਾ ਉਠਾ ਲਿਆ, ਬੜੇ ਵੱਡੇ ਲੀਡਰ ਜੇ ਤੁਸੀਂ। ਜੋ ਤੁਸੀਂ ਗੱਲ ਕੀ ਹੈ, ਬਲੇਮ ਮੇਰੇ ਤੇ ਲੱਗੇ।
ਇੱਕ ਬੰਦਾ ਸੋਸ਼ਲ ਮੀਡੀਆ ਤੇ ਰੌਲਾ ਪਾ ਰਿਹਾ ਕਿ ਇਹਨੇ ਤੇ ਆਪਣਾ ਮੁੰਡਾ ਤਹਿਸੀਲਦਾਰ ਲਵਾ ਲਿਆ। ਓਕੇ, ਹੋ ਗਿਆ 18 ਸਾਲ ਦਾ। ਅਜੇ ਤਾਂ ਵਿਚਾਰਾ ਹੋਇਆ ਨਹੀਂ, ਸਕੂਲ 'ਚ ਪੜ੍ਹ ਰਿਹਾ ਤੇ ਅਜੇ ਉਹਦੀ ਸਕੂਲਿੰਗ ਨਹੀਂ ਪੂਰੀ ਹੋਈ ਤੇ ਬਲੇਮ ਲੱਗ ਗਿਆ। ਪੰਜਾਬ 'ਚ ਇੱਕ ਗੱਲ ਬਣ ਗਈ ਕਿ ਇਹਨੇ ਪੋਲੀਟੀਕਲ ਫਾਇਦਾ ਲੈ ਲਿਆ, ਮੁੰਡੇ ਨੂੰ ਤਹਿਸੀਲਦਾਰ ਲਵਾ ਲਿਆ ਜਦ ਕਿ ਉਹ ਵਿਚਾਰਾ ਸਕੂਲ 'ਚ ਪੜ੍ਹ ਰਿਹਾ। ਇੱਕ ਮੋਹਾਲੀ ਦਾ ਲੀਡਰ ਮੇਰੇ ਤੇ ਲਾ ਰਿਹਾ ਵੀ ਇਹਨੇ ਪੋਲੀਟੀਕਲ ਫਾਇਦਾ ਲੈ ਕੇ ਬਾਹਰ ਬਿਜ਼ਨਸ ਇਸਟੈਬਲਿਸ਼ ਕਰ ਲਿਆ। ਭੀੜ ਉਹਦੇ ਕੋਲ ਨਹੀਂ ਇਕੱਠੀ ਹੋਈ, ਉਹਨੂੰ ਜਦੋਂ ਉੱਪਰੋਂ ਕਲਾਸ ਲੱਗੀ ਤਾਂ ਉਹਨੇ ਇਹ ਬਲੇਮ ਲਾਤਾ ਵੀ ਜੇ ਤਾਂ ਮੈਂ ਆਂਦਾ ਫਿਰ ਕਹਿੰਦੇ ਵੀ ਜੇ ਖਹਿਰਾ ਆਂਦਾ ਸਾਡਾ ਨਾਮ ਨਹੀਂ ਬਣਦਾ, ਜੇ ਖਹਿਰਾ ਪਿੱਛੇ ਜਾਂਦਾ ਤੇ ਤੁਹਾਡੇ ਕੋਲ ਬੰਦੇ ਇਕੱਠੇ ਨਹੀਂ ਹੁੰਦੇ। ਕੁਛ ਕੁ ਲੀਡਰਾਂ ਦੀ ਗੱਲ। ਸੋ ਇਹ ਬਲੇਮ ਲੱਗਦੇ ਰਹਿੰਦੇ। ਔਖਾ ਬਹੁਤ ਕੰਮ ਔਖਾ ਕਿਉਂ ਹੋ ਗਿਆ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਹੋ ਰਹੀ ਨੇ। ਲੋਕ ਬਲੇਮ ਲਗਾਉਣ ਲੱਗੇ ਇਹ ਨਹੀਂ ਦੇਖਦੇ ਵੀ ਅਸਲੀਅਤ ਕੀ ਔਰ ਇਹਦਾ ਇੰਪੈਕਟ ਕੀ ਪੈਣਾ। ਉਹਨਾਂ ਨੂੰ ਕੁਛ ਨਹੀਂ। ਜਿਹੜੇ ਲੋਕ ਕੰਮ ਨਹੀਂ ਕਰ ਉਹ ਸਕਦੇ, ਤੇ ਖੈਰਾ ਜੀ ਅਸੀਂ ਡਿਬੇਟ ਕਰਦੇ, ਜਦੋਂ ਮੈਂ ਪੋਲੀਟੀਕਲ ਡਿਬੇਟ ਕਰਦਾ ਤੁਹਾਡੇ ਨਾਲ ਕਰਨਾ, ਕਿਸੇ ਅੰਗਹੀਨ ਨਾਲ ਕਰਦਾ, ਕਿਸੇ ਵੀ ਵਰਗ ਨਾਲ ਕਰਦਾ, ਤੇ ਕਈ ਸਾਨੂੰ ਕਹਿਣ ਲੱਗ ਪੈਂਦੇ ਆ ਉਹ ਚੁੱਪ ਕਰ ਐਵੇਂ ਬੋਲੀ ਜਾਂਦਾ। ਬਿਲਕੁਲ ਹੁਣ ਇਹ ਕੀ ਆ, ਉਹ ਬੰਦੇ ਨੇ ਇਹ ਨਹੀਂ ਦੇਖਿਆ ਕਿ ਇਹਦਾ ਇੰਪੈਕਟ ਕੀ ਜਾਣਾ। ਇਹ ਬੰਦਾ ਕਹਿਣਾ ਕੀ ਚਾਹੁੰਦਾ ਤੇ ਲੜਨਾ ਕਿਉਂ ਚਾਹੁੰਦਾ ਤੁਹਾਡੇ ਪਿੱਛੇ ਵੀ ਇਹਦਾ ਉਹ ਨਹੀਂ। ਉਹਨੂੰ ਨੇ ਇੱਕ ਬੰਦੇ ਕੌਣ ਕਹਿੰਦੇ ਨੇ ਜਿਹੜੇ ਅੱਜ ਕਦੀ ਵੀ ਕਿਸੇ ਵੀ ਕੰਮ ਦੇ ਵਿੱਚ, ਸਮਾਜ ਦੇ ਕੰਮ ਦੇ ਵਿੱਚ ਅੱਗੇ ਨਹੀਂ ਆਏ। ਉਹ ਖੁੰਡ ਚਰਚਾ ਕਰਦੇ ਨੇ ਬੈਠ ਕੇ ਤੇ ਉੱਥੇ ਰੌਲਾ ਪਾਉਂਦੇ ਨੇ। ਕੱਲ ਮੈਂ 4 ਬੰਦੇ ਬੈਠਾ ਨੇ ਇੱਕ ਬੜੀ ਵਧੀਆ ਗੱਲ ਸੁਣਾਈ ਵੀ ਇੱਕ ਆਦਮਖੋਰ ਸ਼ੇਰ ਕਿਸੇ ਪਿੰਡ ਦੇ ਕੋਲ ਆ ਗਿਆ ਤੇ ਬੰਦਿਆਂ ਨੇ ਕਿਹਾ ਵੀ ਆਪਾਂ ਸ਼ੇਰ ਮਾਰਨਾ ਵੀ ਨਹੀਂ ਤੇ ਸਾਡੇ ਪਿੰਡ ਦੇ ਜਿਹੜੀ ਆਬਾਦੀ ਨੂੰ ਖਤਮ ਕਰ ਦੂਗਾ। ਤੇ ਕਾਫੀ ਜਦੋਂ ਰੌਲਾ ਪਿਆ ਪੰਚਾਇਤ 'ਚ, ਕੋਈ ਬੰਦੇ ਨਹੀਂ ਹੈਗੇ, ਕੁਛ ਕੁ ਬੰਦੇ ਆਏ ਵੀ ਸਾਨੂੰ ਆਹ ਚੀਜ਼ ਪ੍ਰੋਵਾਈਡ ਕਰ ਦਿਓ, ਅਸੀਂ ਸ਼ੇਰ ਮਾਰਦੇ ਹਾਂ। ਸੋ ਬਹੁਤ ਕਹਿੰਦਾ ਹੌਸਲੇ ਵਾਲੀ ਗੱਲ ਸੀ ਉਹ ਬੰਦਿਆਂ ਦੀ, ਚਲੋ ਐਪਰੀਸ਼ੀਏਟ ਕੀਤੀ। ਉਹ ਸ਼ੇਰ ਮਾਰਨ ਚਲੇ ਗਏ, ਉਹਨਾਂ ਨੇ ਸ਼ੇਰ ਮਾਰ ਲਿਆ। ਉਹਨਾਂ ਦੇ ਵਿੱਚੋਂ ਫਿਰ ਇੱਕ ਸ਼ਰਾਰਤੀ ਬੰਦਾ, ਉਹਨੇ ਹਿੰਮਤ ਤੇ ਕੀਤੀ, ਚਾਹੇ ਉਹ ਅੱਗੇ ਗਿਆ ਕਿ ਨਹੀਂ ਗਿਆ, ਉਹਨੇ ਕਿਹਾ ਵੀ ਮੈਂ ਤੈਨੂੰ ਛੱਡਣਾ ਨਹੀਂ, ਮੈਂ ਤਾਂ ਇਹਦੇ ਟੁਕੜੇ ਟੁਕੜੇ ਕਰ ਦੇਣੇ। ਉਹਨਾਂ ਦਾ ਕੰਨ ਵੱਢ ਕੇ ਸੁੱਟਤਾ। ਥੋੜੀ ਦੇਰ ਬਾਅਦ ਉਹਨੇ ਕੰਨ ਜੇਬ 'ਚ ਪਾਇਆ ਤੇ ਚਲੇ ਗਿਆ। ਉਹਨੇ ਜਾ ਕੇ ਅਫਵਾਹ ਜਾਂ ਕਹਿ ਦੋ ਵੀ ਰੌਲਾ ਪਾਤਾ ਵੀ ਦੇਖੋ ਸ਼ੇਰ ਤੇ ਮੈਂ ਮਾਰਿਆ, ਇਹਦਾ ਪ੍ਰੂਫ ਦੇਖੋ, ਕੰਨ ਮੇਰੇ ਕੋਲ ਆ। ਸੋ ਉਹ ਲੋਕਾਂ ਦੇ ਵਿੱਚ ਜਦੋਂ ਗਿਆ ਤੇ ਜਿਹੜੀ ਖੁੰਡ ਚਰਚਾ ਵਾਲੇ ਲੋਕ, ਉਹਨਾਂ ਨੇ ਵੀ ਕਹਿਤਾ ਵੀ ਕੰਨ ਦੇ ਥੋੜੀ ਦੇਰ, ਮੈਂ ਕਿਹਾ ਫੋਟੋ ਖਿਚਾ ਲਾਂ ਸ਼ੇਰ ਦੇ ਕੰਨ। ਉਹਨੇ ਸ਼ੇਰ ਦੇ ਕੰਨ ਨਾਲ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਰੌਲਾ ਪਾਤਾ ਵੀ ਦੇਖੋ ਸ਼ੇਰ ਅਸੀਂ ਮਾਰਿਆ, ਕੰਨ ਮੇਰੇ ਕੋਲ। ਵੀ ਸ਼ੇਰ ਮਾਰਨ ਵਾਲਾ ਕੋਈ ਹੋਰ, ਕੰਮ ਕਰਨ ਵਾਲਾ ਹੋਰ। ਇਹ ਉਹ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਫਾਇਦਾ ਲੈਂਦੇ। ਹੁਣ ਜਿਹੜੀ ਆਪਾਂ ਗੱਲਾਂ ਕਰ ਰਹੇ ਸੀਗੇ ਵੀ ਡਿਮਾਂਡਾਂ ਦੇ ਵਿੱਚ ਐਸੋਸੀਏਸ਼ਨਾਂ 'ਚ ਕੀ ਹੁੰਦਾ, ਕੰਮ ਕੋਈ ਕਰਦਾ ਹੁੰਦਾ ਲੇਕਿਨ ਉਹ ਕੰਨ ਜਿਹੜਾ ਵੱਢ ਕੇ ਕੋਈ ਹੋਰ ਲੈ ਜਾਂਦਾ, ਫਾਇਦਾ ਕੋਈ ਉਠਾਉਂਦਾ ਵੀ ਚਿੱਟੀ ਮੈਂ ਪਾਦਾ ਸਭ ਤੋਂ ਪਹਿਲਾਂ ਮੈਨੂੰ ਫਾਇਦਾ ਮਿਲਦਾ। ਕੰਨਾਂ ਦੀ ਲੜਾਈ। ਪਰ ਲੋਕ ਬਹੁਤ ਸਿਆਣੇ ਨੇ। ਸੋ ਇਹ ਜਿਹੜੀ ਡਿਬੇਟ ਸੀ ਇਹ ਕੋਈ ਮੰਗਾਂ ਬਾਰੇ ਨਹੀਂ ਸੀ, ਕੋਈ ਇਦਾਂ ਦੀ ਚਰਚਾ ਨਹੀਂ ਸੀ ਵੀ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਕਿਹੜੀਆਂ ਮੁਸ਼ਕਲਾਂ 'ਚ ਘਿਰੇ ਨੇ। ਤੁਹਾਨੂੰ ਇਹ ਦੱਸਣ ਦਾ ਯਤਨ ਕਰਨਾ ਸੀ ਵੀ ਜਿਹੜੀਆਂ ਮੁਲਾਜ਼ਮ ਲਹਿਰਾਂ ਨੇ, ਉਹਨਾਂ ਲਹਿਰਾਂ ਨੂੰ ਸਿਰਜਣ ਵਾਲੇ ਜਿਹੜੇ ਨੇਤਾ ਨੇ ਉਹ ਕਿਹੜੇ ਪੜਾਵਾਂ ਵਿੱਚੋਂ ਲੰਘਦੇ ਨੇ, ਇਹ ਦੱਸਣ ਦਾ ਇੱਕ ਯਤਨ ਕੀਤਾ। ਆਸ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗੇਗਾ।